पंजाब दे लोकां नाल पंजाब दीयां सियासी पार्टियां नाल कुछ गल्लां करनियां चाहुंदा। नतीजे तो हमेशा ही हैरानी वाले हुंदे, पर इस वारी जिहड़ी हैरानी पंजाब दे लोकां नूं होई होवेगी ते हैरानी नालों वध खुशी होई होवेगी। इदां दे खुशी दा मौका पंजाब दे लोकां नूं बड़े चिर तो कदे मिलिया नहीं होना। हालात किधर नूं लै गए। जिहड़ी आम आदमी पार्टी नूं ये कहिंदे सन टके सिर नहीं असीं समझदे, वो आम आदमी पार्टी इहो जिहा हुंजा मार के लै गई है कि वड्डे वड्डे तड़वैल सिर परने डिगे पए ने। मैं ये लफ्ज़ बड़ा सोच के आख्या। इस चोण दे विच जिहड़ियां दो वड्डियां पार्टियां आपो विच मिल के खेड खेडदियां सन, मैं उन्हां वास्ते एक वारी लफ्ज़ 80-20 वरतिया सी ते नवजोत सिंह सिद्धू ने 75-25 वरतिया सी। तुसीं उहनूं 75-25 आखो, 80-20 आखो, 50-50 आखो, दोवें पार्टियां बहुत बुरी तरह हारियां। ना 5 वारियां दा मुख मंत्री प्रकाश सिंह बादल जित सकिया, ना 2 वारियां दा मुख मंत्री कैप्टन अमरिंदर सिंह जित सकिया। दोवां दी पोजीशन इन्नी खराब हुई है कि जिक्र करदिआं सानूं शर्म आउंदी है। वो किदां महसूस करदे आ मेरे वास्ते दस सकना औखा। मेरी दोवां चों किसी नाल गल नहीं हुई और मेरे मन च इहो जी कोई इच्छा भी नहीं कि अज उन्हां नाल गल करां। कोई कित्थे पहुँच गए। बादल साहब तुहानूं पंजाब दे लोकां ने किन्ना माण दित्ता सी। 12 जित्तां जित चुका एक बंदा, 5 वारियां दा मुख मंत्री, 1 वारी दा केंद्री मंत्री। ਉਹਦਾ ਪੁੱਤਰ ਤੇ ਕਹਿੰਦਾ ਸੀ ਮੈਂ ਆਪਣੇ ਬਾਪ ਨੂੰ ਹਿੰਦੁਸਤਾਨ ਦਾ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਬਣਾਉਣਾ। ਤੁਹਾਡੀ ਨੂੰਹ ਤਾਂ ਕਹਿੰਦੀ ਸੀ ਬਾਪੂ ਜੀ ਨੂੰ ਇਸ ਵਾਰੀ ਅਸੀਂ ਸੁਪਰ ਮੁੱਖ ਮੰਤਰੀ ਬਣਾਉਣਾ, ਤੇ ਅਸੀਂ ਕਹਿੰਦੇ ਸਰ ਸੰਵਿਧਾਨ 'ਚ ਇਹੋ ਜਿਹਾ ਕੋਈ ਅਹੁਦਾ ਹੀ ਨਹੀਂ, ਕੋਈ ਨਵਾਂ ਅਹੁਦਾ ਤਾਂ ਨਹੀਂ ਬਣਾਉਣ ਲੱਗੇ। ਪਰ ਪੱਲੇ ਕੀ ਪਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਓ, ਤੁਸੀਂ ਜਿੱਥੇ ਬੈਠੇ ਹੋਵੋਗੇ, ਜੇ ਤੁਸੀਂ ਸੁਣਦੇ ਹੋ ਤਾਂ, ਜੇ ਨਹੀਂ ਸੁਣਦੇ ਤਾਂ ਤੁਹਾਨੂੰ ਕੋਈ ਨਾ ਕੋਈ ਦੱਸੇਗਾ ਜ਼ਰੂਰ ਜਿਹੜੀ ਗੱਲ ਮੈਂ ਕਹਿਣ ਲੱਗਾ। ਤੁਹਾਡੇ ਬਹੁਤ ਨੇੜਲੇ ਮਿੱਤਰਾਂ ਦੀ, ਤੁਹਾਡੇ ਸਾਰੀ ਉਮਰ ਦੇ ਸ਼ੁਭ ਚਿੰਤਕਾਂ ਦੀ ਇਹ ਰਾਏ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ 90 ਸਾਲ ਤੋਂ ਵੱਧ ਦੀ ਉਮਰ ਵਿੱਚ ਆ ਚੋਣ ਨਹੀਂ ਸੀ ਲੜਨੀ ਚਾਹੀਦੀ। ਹੁਣ ਤੱਕ ਦੀ ਕੀਤੀ ਕਤਰੀ ਦੇ ਉੱਤੇ ਖੇਹ ਪਾ ਲਈ, ਕੀ ਖੱਟਿਆ। ਫਿਰ ਤੁਸੀਂ ਆਖਿਆ ਕੀ। ਮੈਨੂੰ ਪਾਰਟੀ ਨੇ ਆਖਿਆ ਕਿ ਪਾਰਟੀ ਦੀ ਇੱਜ਼ਤ ਦਾ ਸਵਾਲ ਹੈ, ਚੋਣ ਲੜੋ। ਲੋਕਾਂ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਪਾਰਟੀ ਦੀ ਇੱਜ਼ਤ ਵੀ ਖਤਰੇ ਵਿੱਚ ਹੈ ਤੇ ਪਰਿਵਾਰ ਦੀ ਇੱਜ਼ਤ ਵੀ ਖਤਰੇ ਵਿੱਚ ਹੈ। 94 ਸਾਲ ਪੂਰੇ ਕਰ ਚੁੱਕਾ, 95 ਸਾਲ ਦੇ ਵਿੱਚ ਜਾਂਦਾ ਬਾਪੂ, ਜਿਹਨੂੰ 2 ਜਣੇ ਮੋਢੇ ਦਾ ਆਸਰਾ ਦਿੰਦੇ ਆ, ਤੀਸਰਾ ਉਹਦਾ ਹੱਥ ਫੜ ਕੇ ਤੋੜਦਾ ਹੈ। ਗਲੀ ਗਲੀ ਘੁਮਾਉਂਦੇ ਪਏ ਆ, ਤਰਲੇ ਕੱਢ ਰਿਹਾ ਕਿ ਉਹਨੂੰ ਵੋਟਾਂ ਦੇ ਦਿਓ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਓ, ਤੁਸੀਂ ਉਹ ਬਾਦਲ ਸੀ ਜਿਹੜੇ ਕਿਸੇ ਵਕਤ ਅਕਾਲੀ ਦਲ ਦੇ ਵਿੱਚ ਸਭ ਤੋਂ ਵੱਡੀ ਸ਼ਖਸੀਅਤ ਸੀ। ਉਦੋਂ ਤੁਸੀਂ ਆਖਿਆ ਕਰਦੇ ਸੋ ਨਹਿਰੂ ਗਾਂਧੀ ਖਾਨਦਾਨ ਨੂੰ ਆਪਣੇ ਪੁੱਤਾਂ ਧੀਆਂ ਤੋਂ ਵੱਧ ਕੁਝ ਦਿਸਦਾ ਹੀ ਨਹੀਂ, ਤੇ ਤੁਸੀਂ ਇੱਥੇ ਪਹੁੰਚ ਗਏ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਹੀ ਸਭ ਕੁਝ ਹੋ ਗਿਆ, ਹੋਰ ਕੁਝ ਨਹੀਂ। ਨਤੀਜਾ ਅੱਜ ਤੁਸੀਂ ਵੇਖਿਆ ਕੀ ਹੋਇਆ। ਅੱਜ ਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਹਿੰਦਾ ਮੈਂ ਭਾਰਤ ਦੀ ਰਾਜਨੀਤੀ ਨੂੰ ਕਾਂਗਰਸ ਮੁਕਤ ਕਰਨਾ। ਅੱਜ ਦੀਆਂ ਚੋਣਾਂ 'ਚ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਬਾਦਲ ਮੁਕਤ ਕਰ ਦਿੱਤਾ। ਬਾਦਲ ਮੁਕਤ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀਓ, ਤੁਸੀਂ ਹਾਰ ਗਏ ਹੋ। ਤੁਹਾਡਾ ਪੁੱਤਰ ਹਾਰ ਗਿਆ, ਤੁਹਾਡਾ ਭਤੀਜਾ ਬਠਿੰਡੇ 'ਚੋਂ ਹਾਰ ਗਿਆ। ਕਿਉਂ ਹਾਰ ਗਿਆ ਮੈਂ ਉਹ ਵੀ ਦੱਸੂਗਾ। ਤੁਹਾਡਾ ਦਾਮਾਦ ਪੱਟੀ 'ਚੋਂ ਕੀ ਉਹਦੀ ਹਾਲਤ ਬਣੀ ਪਈ ਹੈ ਜਰਾ ਪਤਾ ਕਰਵਾਓ। ਵੇਰਕੇ ਦੇ ਵਿੱਚੋਂ ਅੰਮ੍ਰਿਤਸਰ ਪੂਰਬੀ ਸੀਟ ਜਿਹੜੀ ਆ, ਤੁਹਾਡੇ ਪੁੱਤਰ ਦਾ ਸਾਲਾ ਹਾਰ ਗਿਆ। ਇਹ ਸਾਰੇ ਕਿਉਂ ਹਾਰ ਗਏ ਜਰਾ ਚੇਤਾ ਤੇ ਕਰਿਓ। ਤੁਸੀਂ ਤੇ ਤੁਹਾਡੇ ਸਾਥੀ ਨਹਿਰੂ ਗਾਂਧੀ ਖਾਨਦਾਨ ਦੇ ਉੱਤੇ ਪਰਿਵਾਰ ਪ੍ਰਸਤੀ ਦਾ, ਪਰਿਵਾਰਵਾਦ ਦਾ ਦੋਸ਼ ਲਾਉਂਦੇ ਹੁੰਦੇ ਸੀ। ਅੱਜ ਆਪਣੇ ਸਾਥੀਆਂ ਨੂੰ ਬਿਠਾ ਕੇ ਪੁੱਛਿਓ ਤਾਂ ਸਹੀ,
ਜਥਾਦਾਰ ਤੋਤਾ ਸਿਆਂ ਜਦੋਂ ਪਿਓ ਪੁੱਤ ਦੋਵਾਂ ਨੂੰ ਟਿਕਟਾਂ ਦਵਾ ਲਈਏ ਉਹ ਪਰਿਵਾਰਵਾਦ ਨਹੀਂ ਹੁੰਦਾ। ਅੱਜ ਉਹ ਪਰਿਵਾਰਵਾਦ ਧੜੰਮ ਕਰਕੇ ਧਰਮਕੋਟ ਤੇ ਮੋਗੇ ਦੇ ਵਿੱਚ ਡਿੱਗਾ ਪਿਆ। ਤੁਸੀਂ ਆਪਣੇ ਚੇਲੇ ਨੂੰ ਪ੍ਰੇਮ ਸਿੰਘ ਚੰਦੂਮਾਜਰੇ ਨੂੰ ਪੁੱਛਿਓ ਤਾਂ ਸਹੀ ਸਦਕੇ ਕਿ ਦੂਜਿਆਂ ਤੇ ਪਰਿਵਾਰਵਾਦ ਦੇ ਦੋਸ਼ ਲਾਉਂਦਾ ਸੀ। ਇਸ ਵਾਰੀ ਨਾ ਚੰਦੂਮਾਜਰਾ ਪਰਿਵਾਰ ਨੂੰ ਸਨੌਰ ਨੇ ਝੱਲਿਆ ਤੇ ਨਾ ਘਨੌਰ ਨੇ ਝੱਲਿਆ, ਦੋਵਾਂ ਹਲਕਿਆਂ ਤੋਂ ਡੁੱਬ ਗਏ। ਕੀ ਖੱਟਿਆ? ਕਿਤੇ ਟਾਈਮ ਮਿਲਿਆ ਤੇ ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਦੀ ਇੱਕ ਸਾਬਕਾ ਮੁੱਖ ਮੰਤਰੀ ਆ, ਉਹਨੂੰ ਵੀ ਪੁੱਛ ਲਿਓ ਕਿ ਲਹਿਰੇ ਕੀ ਹੋਇਆ ਉਸ ਸੀਟ ਤੇ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਕਿਹੜੀ ਹਾਲਤ ਨੂੰ ਪਹੁੰਚ ਗਈ ਤੇ ਬੀਬੀ ਦੇ ਦਮਾਦ ਦਾ ਕੀ ਬਣਿਆ। ਪੁੱਛਿਓ ਤਾਂ ਸਹੀ ਇਹ ਸਾਰਾ ਕੁਝ ਕਿਉਂ ਵਾਪਰਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਅਕਾਲੀ ਦਲ ਅਕਾਲ ਪੁਰਖ ਦੀ ਫੌਜ ਦੇ ਤੌਰ ਦੇ ਉੱਤੇ ਕਿਸੇ ਵਕਤ ਬਣਾਇਆ ਗਿਆ ਸੀ। ਉਹਨਾਂ ਨੇ ਬਣਾਇਆ ਸੀ ਜਿਹੜੇ ਗੁਰਦੁਆਰਿਆਂ ਨੂੰ ਅੰਗਰੇਜ਼ ਦੇ ਟੌਟਾਂ ਤੋਂ ਮਹੰਤਾਂ ਤੋਂ ਆਜ਼ਾਦ ਕਰਾਉਣ ਵਾਸਤੇ ਸਿਰਾਂ ਤੇ ਖੱਫਣ ਬੰਨ੍ਹ ਕੇ ਤੁਰੇ ਸਨ। ਤੁਹਾਨੂੰ ਇਹ ਪਤਾ ਹੈ, ਤੁਸੀਂ ਤੇ ਬੀਬੀ ਜਗੀਰ ਕੌਰ ਨੇ ਵਿਧਾਨ ਸਭਾ 'ਚ ਆਖਿਆ ਸੀ ਸਾਡਾ ਲਛਮਣ ਸਿੰਘ ਜੰਡ ਨਾਲ ਸਾੜ ਕੇ ਮਾਰਿਆ ਗਿਆ। ਗੱਲ ਇਹ ਸੱਚੀ ਸੀ, ਲਛਮਣ ਸਿੰਘ ਬਹੁਤ ਵੱਡਾ ਸ਼ਹੀਦ ਸੀ। ਤੇ ਅੱਗੋਂ ਉੱਠ ਕੇ ਸੁਖਜਿੰਦਰ ਸਿੰਘ ਰੰਧਾਵੇ ਨੇ ਆਖਿਆ ਤੁਸੀਂ ਗੱਲਾਂ ਤੇ ਦੋਵੇਂ ਕਰਦੇ ਹੋ ਸਾਡਾ ਲਛਮਣ ਸਿੰਘ, ਸ਼ਹੀਦ ਲਛਮਣ ਸਿੰਘ, ਪਰ ਤੁਸੀਂ ਵੀ ਤੇ ਬੀਬੀ ਜਗੀਰ ਕੌਰ ਵੀ ਇਹ ਦੱਸ ਦਿਓ ਲਛਮਣ ਸਿੰਘ ਦਾ ਪਿੰਡ ਕਿਹੜਾ ਸੀ। ਤੁਹਾਨੂੰ ਉਸ ਗੁਰਦੁਆਰਾ ਸੁਧਾਰ ਲਹਿਰ ਦੇ ਸਭ ਤੋਂ ਪਹਿਲੇ ਸ਼ਹੀਦ ਦਾ ਪਿੰਡ ਦਾ ਨਾਂ ਹੀ ਨਹੀਂ ਸੀ ਪਤਾ ਤੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਇਸ ਕਰਕੇ ਪਤਾ ਸੀ ਕਿਉਂਕਿ ਉਸ ਪਿੰਡ 'ਚੋਂ ਸੀ, ਧਾਰੋਵਾਲੀ 'ਚੋਂ। ਤੁਹਾਨੂੰ ਤੇ ਉਹ ਵੀ ਪਤਾ ਨਹੀਂ ਸੀ। ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਸੰਤ ਫਤਿਹ ਸਿੰਘ ਤੇ ਮਾਸਟਰ ਤਾਰਾ ਸਿੰਘ ਦੇ ਆਪਸ ਵਿੱਚ ਮਤਭੇਦ ਕੀ ਸੀ। ਤੁਹਾਨੂੰ ਤੇ ਇਹ ਵੀ ਪਤਾ ਨਹੀਂ ਦਰਸ਼ਨ ਸਿੰਘ ਫੇਰੂਮਾਨ ਨੇ ਜਾਨ ਦਿੱਤੀ ਸੀ, ਸ਼ਹੀਦੀ ਪਾਈ ਸੀ, ਕਿਉਂ ਪਾਈ ਸੀ। ਤੁਹਾਨੂੰ ਇਹ ਪਤਾ ਸੀ ਕਿ ਜੇ ਮੈਂ ਅਕਾਲੀ ਦਲ ਦਾ ਲੀਡਰ ਬਣਨਾ ਤੇ ਅੱਗੋਂ ਆਪਣੇ ਪੁੱਤ ਨੂੰ ਮੁੱਖ ਮੰਤਰੀ ਬਣਾਉਣਾ, ਉਹਨੂੰ ਕਲਗੀ ਲਾਉਣੀ ਹੈ ਤੇ ਸਾਰਾ ਪੰਥ ਮੇਰੀ ਜੇਬ 'ਚ ਚਾਹੀਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਜੇਬ 'ਚ ਚਾਹੀਦੀ ਹੈ। ਤਖਤਾਂ ਦੇ ਜਥੇਦਾਰ ਜਿਨ੍ਹਾਂ ਨੂੰ ਲੋਕੀ ਸਿੰਘ ਸਾਹਿਬ ਕਹਿ ਕੇ ਸਤਿਕਾਰ ਦਿੰਦੇ ਸੀ, ਤੁਹਾਨੂੰ ਇਹ ਸੀ ਕਿ ਜਥੇਦਾਰ ਨਹੀਂ ਚਾਹੀਦੇ, ਉੱਥੇ ਕਰਿੰਦੇ ਬਿਠਾਉਣੇ। ਉਹ ਕਰਿੰਦੇ ਬਿਠਾਉਣੇ ਆ ਜਿਹੜਾ ਮੇਰੀ ਕੋਠੀ 'ਚ ਤਿਆਰ ਕੀਤਾ ਪ੍ਰੈਸ ਨੋਟ ਲਿਜਾ ਕੇ, ਇੱਕ ਪਰਚਾ ਲਿਜਾ ਕੇ ਅਕਾਲ ਤਖਤ ਸਾਹਿਬ ਦੇ ਕੰਪਿਊਟਰ ਤੇ ਐਡਿਟ ਕਰਕੇ ਉਹਦੇ ਵਿੱਚੋਂ ਮਨਮਰਜ਼ੀ ਦਾ ਹੁਕਮਨਾਮਾ, ਤੁਹਾਡੀ ਮਰਜ਼ੀ ਦਾ ਹੁਕਮਨਾਮਾ ਬਣਾ ਕੇ ਸੰਗਤਾਂ ਅੱਗੇ ਪੇਸ਼ ਕਰ ਦੇਣ ਤੇ ਜੇ ਸੰਗਤਾਂ ਜਲੂਸ ਕੱਢਣ ਤੇ ਅਸੀਂ ਪਿਓ ਪੁੱਤ ਪਾਸੇ ਰਹਿ ਜਾਈਏ। ਅਕਾਲ ਤਖਤ ਦੇ ਜਥੇਦਾਰ ਦਾ ਜਲੂਸ ਨਿਕਲੇ, ਉਹਦੇ ਪੁਤਲੇ ਬਣਾ ਕੇ ਪਹਿਲਾਂ ਪ੍ਰਕਰਮਾਂ 'ਚ ਘਸੀਟੇ ਗਏ, ਫਿਰ ਬਾਹਰ ਲਿਆ ਕੇ ਦਰਬਾਰ ਸਾਹਿਬ ਦੇ ਬਾਹਰ, ਦਰਸ਼ਨੀ ਡਿਓੜੀ ਦੇ ਬਾਹਰ, ਉੱਥੇ ਉਹ ਪੁਤਲਿਆਂ ਨੂੰ ਕੁੱਟਿਆ ਗਿਆ ਤੇ ਕੁੱਟ ਕੇ ਅੱਗ ਲਾਈ ਗਈ। ਅੱਜ ਤੱਕ ਕਦੇ ਇਤਿਹਾਸ ਵਿੱਚ ਇਹ ਨਹੀਂ ਸੀ ਹੋਇਆ। ਇਹ ਉਦੋਂ ਹੋਇਆ ਜਦੋਂ ਤੁਸੀਂ ਕਰਵਾਇਆ। ਇਹ ਉਦੋਂ ਹੋਇਆ ਜਦੋਂ ਤਖਤਾਂ ਦੇ ਜਥੇਦਾਰਾਂ ਨੂੰ ਤੁਸੀਂ ਦਰਬਾਰ ਸਾਹਿਬ ਵਿੱਚ ਮੀਟਿੰਗ ਕਰਨ ਦੇ ਬਜਾਏ ਰੈਸਟ ਹਾਊਸਾਂ 'ਚ ਤੇ ਚੰਡੀਗੜ੍ਹ ਦੀਆਂ ਕੋਠੀਆਂ 'ਚ ਬੈਠ ਕੇ ਅੱਧੀ ਰਾਤ ਨੂੰ ਕਿਸੇ ਦਫ਼ਤਰ 'ਚ ਰੱਖੇ ਕੱਚੇ ਚਪੜਾਸੀ ਵਾਂਗ ਬਦਲਣ ਲੱਗ ਪਏ। ਇਹ ਜਲੂਸ ਤੁਸੀਂ ਕਢਾਇਆ। ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ, ਆਪੇ ਮੈਂ ਅਕਾਲ ਤਖਤ ਦਾ ਜਥੇਦਾਰ, ਉਹ ਵੀ ਕਾਰਜਕਾਰੀ ਜਥੇਦਾਰ ਨਿਯੁਕਤ ਕਰਾਂ, ਉਹਦੇ ਪੁੱਤਰ ਨੂੰ ਹੋਟਲ ਬਣਵਾ ਦਿਆਂ। ਕਿਤੇ ਬੁੱਚੜਖਾਨੇ ਚੱਲਦੇ ਤੇ ਉਹਨਾਂ 'ਚ ਪਤਾ ਨਹੀਂ ਕੀ ਕੁਝ ਪੰਜਾਬ 'ਚ ਹੁੰਦਾ ਤੇ ਕਿਹੜਾ ਕਿਹੜਾ ਅਕਾਲੀ ਲੀਡਰ ਅਕਾਲੀ ਸਰਕਾਰ ਵੇਲੇ ਉਹਨਾਂ ਬੁੱਚੜਖਾਨਿਆਂ 'ਚ ਕੀ ਭਾਈਵਾਲੀ ਕਰਦਾ ਰਿਹਾ। ਤੁਹਾਨੂੰ ਪਤਾ ਹੋਵੇ, ਉਹਦੇ ਬਾਵਜੂਦ ਤੁਸੀਂ ਚੁੱਪ ਰਹੋ ਤੇ ਆਪੇ ਬਣਾਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਤੁਸੀਂ ਆਪਣੇ ਆਪ ਨੂੰ ਪੰਥ ਰਤਨ ਦਾ ਖਿਤਾਬ ਦਿਵਾ ਲਓ। ਪੰਥ ਰਤਨ ਦਾ ਖਿਤਾਬ ਦਿਵਾ ਲਓ ਤੁਸੀਂ। ਫਿਰ ਤੁਸੀਂ ਲੋਕਾਂ ਨੂੰ ਟਿੱਚ ਸਮਝਿਆ, ਆਪਣੀ ਪਾਰਟੀ ਨੂੰ ਤੁਸੀਂ ਟਿੱਚ ਜਾਣਿਆ ਤੇ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਸਿਰਫ ਇੱਕ ਟੁੱਚੜ ਜਿਹੀ ਕੇਂਦਰ ਦੀ ਵਜ਼ੀਰੀ ਵਾਸਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਪਿੱਠ ਦਿੱਤੀ, ਪੰਜਾਬ ਦੇ ਕਿਸਾਨਾਂ ਨੂੰ ਪਿੱਠ ਦਿੱਤੀ। ਬੜਾ ਤੁਹਾਨੂੰ ਮਾਣ ਸੀ ਕਿ ਤੁਹਾਡੀ ਨੂੰਹ ਜਿਹੜੀ ਆ ਕੇਂਦਰ ਦੇ ਵਿੱਚ ਮੰਤਰੀ ਹੈ। ਮੈਂ ਬਾਦਲ ਸਾਹਿਬ ਇੱਕ ਗੱਲ ਦੱਸਾਂ, ਤੁਸੀਂ 5 ਵਾਰੀਆਂ ਦੇ ਮੁੱਖ ਮੰਤਰੀ ਹੋ, ਤੁਹਾਨੂੰ ਪਤਾ BDO ਦਫ਼ਤਰ ਦੇ ਵਿੱਚ ਕਿੰਨੇ ਮੁਲਾਜ਼ਮ ਹੁੰਦੇ ਆ? ਉੱਥੇ ਵੀ 50-60 ਹੁੰਦੇ ਆ। ਜਿਹੜੀ ਵਜ਼ੀਰੀ ਬੀਬੀ ਜੀ ਨੂੰ ਮਿਲੀ ਸੀ ਕੇਂਦਰ ਦੀ, ਉਹਦੇ ਵਿੱਚ ਇੱਕ ਸੈਕਟਰੀ, ਇੱਕ ਜੁਆਇੰਟ ਸੈਕਟਰੀ, ਇੱਕ ਡਿਪਟੀ ਸੈਕਟਰੀ ਪਾ ਕੇ ਸੇਵਾਦਾਰ ਸਮੇਤ 35 ਮੁਲਾਜ਼ਮ ਸਨ। ਉਸ 35 ਬੰਦਿਆਂ ਦੀ ਪਲਟਣ ਦੀ ਵਜ਼ੀਰੀ ਵਾਸਤੇ
ਤੁਸੀਂ ਇੱਥੋਂ ਤੱਕ ਚਲੇ ਗਏ ਕਿ ਕੇਂਦਰ ਦੇ ਬਣਾਏ 3 ਖੇਤੀ ਕਾਨੂੰਨਾਂ ਦੀ ਹਮਾਇਤ ਵਿੱਚ ਤੁਸੀਂ ਫੇਸਬੁੱਕ ਦੇ ਉੱਤੇ ਤਕਰੀਰ ਕੀਤੀ ਕਿ ਕਾਨੂੰਨ ਬੜੇ ਵਧੀਆ ਤੇ ਪੰਜਾਬ ਦੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਤੁਹਾਡੀ ਉਸ ਤਕਰੀਰ ਤੋਂ ਚੌਥੇ ਦਿਨ ਤੱਕ ਇੰਨਾ ਪ੍ਰੈਸ਼ਰ ਬਣ ਗਿਆ ਕਿ ਤੁਹਾਡੀ ਪਾਰਟੀ ਨੂੰ, ਤੁਹਾਡੇ ਪੁੱਤਰ ਨੂੰ ਇਹ ਕਹਿਣਾ ਪਿਆ ਕਾਨੂੰਨ ਗਲਤ ਨੇ। ਬੀਬੀ ਜੀ ਨੂੰ ਕੇਂਦਰ ਤੋਂ ਅਸਤੀਫਾ ਦੇਣਾ ਪਿਆ ਕਹਿ ਕੇ ਕਿ ਕਾਨੂੰਨ ਗਲਤ ਨੇ। ਤੁਹਾਡੇ ਕੋਲ ਅਕਾਲੀ ਦਲ ਦੇ 5-6 ਸੀਨੀਅਰ ਜਿਹੜੇ ਲੀਡਰ ਸਨ ਉਹ ਇਕੱਠੇ ਹੋ ਕੇ ਗਏ। ਉਹਨਾਂ ਇਕੱਠੇ ਹੋ ਕੇ ਬੈਠ ਕੇ ਆਖਿਆ ਬਾਦਲ ਸਾਹਿਬ ਬਹੁਤ ਗਲਤ ਹੋਇਆ। ਬਾਦਲ ਸਾਹਿਬ ਤੁਸੀਂ ਹੋਰ ਜੋ ਮਰਜ਼ੀ ਸੀ, ਪਾਰਟੀ ਤੋਂ ਗਲਤੀ ਹੋਈ ਸੀ, ਹੋ ਜਾਂਦੀ, ਘੱਟੋ ਘੱਟ ਤੁਸੀਂ ਤਾਂ ਫੇਸਬੁੱਕ ਦੇ ਉੱਤੇ ਨਾ ਆਉਂਦੇ, ਤੁਸੀਂ ਤਾਂ ਇਹਨਾਂ 3 ਕਾਨੂੰਨਾਂ ਦੀ ਹਮਾਇਤ ਨਾ ਕਰਦੇ। ਬਾਦਲ ਸਾਹਿਬ ਉਹ ਜਿਹੜੇ ਲੀਡਰ ਤੁਹਾਡੇ ਕੋਲ ਗਏ ਸਨ ਮਿਲਣ, ਉਹਨਾਂ ਵਿੱਚੋਂ 2-3 ਜਣਾਂ ਨੇ ਮੈਨੂੰ ਵੀ ਇਹ ਗੱਲ ਦੱਸੀ ਹੈ ਕਿ ਬਾਦਲ ਸਾਹਿਬ ਬੋਲੇ ਨਹੀਂ, ਜ਼ਮੀਨ ਤੇ ਨੀਵੀਂ ਪਾ ਕੇ ਪੈਰ ਦੇ ਅੰਗੂਠੇ ਨਾਲ ਜ਼ਮੀਨ ਤੇ ਲਕੀਰਾਂ ਵਾਹੁੰਦੇ ਰਹੇ। ਉਹਨਾਂ ਦੋਹਰੀ ਵਾਰ ਪੁੱਛਿਆ ਬਾਦਲ ਸਾਹਿਬ ਇਹ ਕਿਉਂ ਤੁਸੀਂ ਕਰਤਾ, ਪਾਰਟੀ ਕਸੂਤੀ ਫਸ ਗਈ ਹੈ, ਅਸੀਂ ਤੇ ਤੁਹਾਡੇ ਤੋਂ ਰੋਸ਼ਨੀ ਲੈਂਦੇ ਸਾਂ, ਤੁਸੀਂ ਬਾਦਲ ਸਾਹਿਬ ਫਿਰ ਪੈਰ ਦੇ ਅੰਗੂਠੇ ਨਾਲ ਲਕੀਰਾਂ ਵਾਹੁੰਦੇ ਰਹੇ। ਬਾਦਲ ਸਾਹਿਬ ਉਹਨਾਂ ਤੀਸਰੀ ਵਾਰ ਤੁਹਾਨੂੰ ਪੁੱਛਿਆ, ਤੁਸੀਂ ਫਿਰ ਨਹੀਂ ਬੋਲੇ। ਕੋਲ ਬੈਠੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਖਿਆ ਪਾਪਾ ਦਾ ਕਸੂਰ ਨਹੀਂ, ਅਸਲ ਵਿੱਚ ਮੈਂ ਹੀ ਪ੍ਰੈਸ਼ਰ ਪਾ ਕੇ ਉਹਨਾਂ ਤੋਂ ਇਹ ਗੱਲ ਲਿਖਵਾਈ ਸੀ। ਤੁਸੀਂ ਉਹਦੇ ਵੱਲ ਵੇਖਿਆ, ਚੁੱਪ ਕਰ ਗਏ, ਫਿਰ ਵੀ ਤੁਸੀਂ ਬੋਲ ਨਹੀਂ ਸੀ। ਤੁਸੀਂ ਪਰਿਵਾਰ ਵਿੱਚ ਬੋਲਣ ਜੋਗੇ ਨਹੀਂ, ਉੱਥੇ ਤੁਸੀਂ ਬੋਲੇ ਨਹੀਂ। ਬਾਹਰ ਤੁਸੀਂ ਜਾ ਕੇ ਕਹਿੰਦੇ ਹੋ ਕਿ ਪਾਰਟੀ ਦੀ ਇੱਜ਼ਤ ਖਤਰੇ ਵਿੱਚ ਹੈ, ਇਸ ਕਰਕੇ ਇਸ ਉਮਰ ਵਿੱਚ ਵੀ ਮੈਂ ਜਾ ਕੇ ਚੋਣਾਂ ਲੜਦਾ ਪਿਆ। ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਇਸ ਜਿਹੜੀ ਪ੍ਰਕਿਰਿਆ ਸੀ, ਜਿਹੜਾ ਤੁਹਾਡਾ ਵਿਹਾਰ ਸੀ, ਜਿਹੜੀ ਤੁਹਾਡੀ ਇਹ ਨੀਤੀ ਸੀ, ਉਹਨੇ ਤੁਹਾਨੂੰ ਕਿੱਥੇ ਪਹੁੰਚਾਤਾ, ਤੁਹਾਡੇ ਪਰਿਵਾਰ ਨੂੰ ਕਿੱਥੇ ਪਹੁੰਚਾਤਾ, ਤੁਹਾਡੀ ਪਾਰਟੀ ਨੂੰ ਕਿੱਥੇ ਪਹੁੰਚਾਤਾ। ਆ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੁੱਛੋ, ਜਿਹੜੀ ਸੀਟ ਤੇ ਖੜਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ, ਉਹਨੂੰ ਪੁੱਛੋ ਤਾਂ ਸਹੀ ਕਿੰਨੀਆਂ ਵੋਟਾਂ ਪਈਆਂ ਨੇ ਉਹ ਸੀਟ ਦੇ ਉੱਤੇ, ਜਿੰਨੀ ਬੇਇੱਜ਼ਤੀ ਹੋਈ ਕਿਸੇ ਤੇ ਹੋਣੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬੜੀ ਬੁਰੀ ਤਰ੍ਹਾਂ ਹਾਰਿਆ, ਪੁੱਛੋ ਤਾਂ ਸਹੀ ਉਹਨੂੰ ਕਿਉਂ ਹਾਰਿਆ, ਕਿੰਨਵੇਂ ਨੰਬਰ ਤੇ ਆਇਆ ਉਸ ਹਲਕੇ ਚੋਂ, ਉਹਨੂੰ ਹੀ ਪੁੱਛ ਲਓ। ਇਹ ਸਾਰਾ ਕੁਝ ਇਸ ਕਰਕੇ ਹੋਇਆ ਕਿ ਤੁਸੀਂ ਪਾਰਟੀ ਦੀ ਅਗਵਾਈ ਕਰਨ ਦੇ ਬਜਾਏ ਅਗਵਾਈ ਕਰਨਾ ਤੁਸੀਂ ਛੱਡ ਗਏ। ਤੁਸੀਂ ਸਿਰਫ ਤੇ ਸਿਰਫ ਆਪਣੇ ਪਰਿਵਾਰ ਤੱਕ ਸੀਮਿਤ ਹੋ ਗਏ। ਪਰਿਵਾਰ ਦੇ ਅੰਦਰ ਕਈ ਕਿਸਮ ਦੀਆਂ ਲੜਾਈਆਂ। ਹੁਣ ਹਾਲਾਤ ਜਿੱਥੇ ਪਹੁੰਚ ਗਏ, ਤੁਹਾਨੂੰ ਅਜੇ ਹਾਲਾਤ ਦੀ ਹਾਥ ਨਹੀਂ। ਮੈਂ ਸੱਚ ਕਹਿੰਦਾ, ਤੁਹਾਨੂੰ ਹਾਲਾਤ ਦੀ ਹਾਥ ਨਹੀਂ। ਅੱਜ ਦੀ ਤਰੀਕ 'ਚ ਤੁਸੀਂ ਨਾ ਪੁੱਛਣਾ ਚਾਹੋ ਤਾਂ ਮੈਂ ਦੱਸ ਦੂੰਗਾ। ਤੁਹਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਆਪੋ ਵਿੱਚ ਵੀ ਮੀਟਿੰਗਾਂ ਕੀਤੀਆਂ ਤੇ 3-4 ਜਣਿਆਂ ਦੇ ਫੋਨ ਤਾਂ ਮੈਨੂੰ ਆ ਗਏ ਆ। ਅਸੀਂ ਇਸ ਨਤੀਜੇ ਤੋਂ ਬਹੁਤ ਖੁਸ਼ ਹਾਂ। ਹੁਣ ਘੱਟੋ ਘੱਟ ਰਾਜਨੀਤੀ ਬਾਦਲ ਮੁਕਤ ਹੋਈ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਮੁਕਤ ਕਰਵਾਈ ਜਾ ਸਕਦੀ ਹੈ। ਨਹੀਂ ਤੇ ਜਿੰਨਾ ਕੁਝ ਉੱਥੇ ਹੁੰਦਾ ਪਿਆ ਸੀ, ਸਾਡੇ ਕੋਲੋਂ ਜਰਿਆ ਨਹੀਂ ਸੀ ਜਾਂਦਾ, ਪਰ ਮੂੰਹ ਖੋਲ੍ਹਣ ਜੋਗੇ ਨਹੀਂ ਸਨ, ਅਸੀਂ ਡਰਦੇ ਸੀ। ਤੁਹਾਨੂੰ ਇਹ ਪਤਾ ਹੈ ਕਿ ਬਰਗਾੜੀ 'ਚ ਕੀ ਕੁਛ ਹੋਇਆ ਸੀ ਤੇ ਕਿੰਨਾ ਕੀਤਾ ਸੀ। ਤੁਹਾਨੂੰ ਇਹ ਪਤਾ ਹੈ ਕਿ ਉਹਨਾਂ ਦੇ ਪਰਦੇ ਢੱਕਣ ਵਾਸਤੇ ਬਹਿਬਲ ਕਲਾਂ ਤੇ ਕੋਟਕਪੂਰੇ 'ਚ ਗੋਲੀ ਅੱਧੀ ਰਾਤ ਨੂੰ ਫੈਸਲਾ ਕਰਕੇ ਕਿਹਨੇ ਚਲਵਾਈ, ਕਿਉਂ ਚਲਵਾਈ ਸੀ। ਤੁਸੀਂ ਚੁੱਪ ਕੀਤੇ ਰਹੇ। ਬਾਦਲ ਸਾਹਿਬ ਇਹਨਾਂ ਸਾਰੀਆਂ ਗੱਲਾਂ ਤੇ ਕਿਉਂ ਚੁੱਪ ਕੀਤੇ? ਇਸ ਕਰਕੇ ਕਿ ਤੁਹਾਨੂੰ ਤੁਹਾਡੇ ਘੇਰੇ ਘੇਰੇ ਇੱਕ ਇਹੋ ਜਿਹੀ ਜੁੰਡੀ ਸੀ ਜਿਹੜੀ ਬੋਲਣ ਨਹੀਂ ਸੀ ਦਿੰਦੀ। ਉਸ ਜੁੰਡੀ ਦੀ ਲੋੜ ਤੁਹਾਨੂੰ ਸੀ, ਤੁਹਾਡੀ ਲੋੜ ਉਸ ਜੁੰਡੀ ਨੂੰ ਸੀ। ਬਾਦਲ ਸਾਹਿਬ ਹੁਣ ਇਹਦੇ ਤੋਂ ਬਾਅਦ ਇਹੋ ਹੀ ਪਤਾ ਕਰਕੇ ਦੱਸ ਦਿਓ, 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਰਬਾਰ ਸਾਹਿਬ ਦੇ ਵਿੱਚੋਂ ਉੱਥੋਂ ਗੁੰਮ ਹੋਏ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਸਾਰਾ ਪ੍ਰਬੰਧ ਹੈ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਖਿਆ ਮੈਂ ਆਹ ਕਰ ਦੂੰ, ਮੈਂ ਉਹ ਕਰ ਦੂੰ, ਬਹੁਤ ਦਬਕੇ ਮਾਰੇ, ਤੇ ਇੱਕ ਹਫ਼ਤੇ ਦੇ ਅੰਦਰ ਤੁਹਾਡਾ ਦਬਾਅ ਇੰਨਾ ਵੱਧ ਗਿਆ ਕਿ ਉਹ ਅਕਾਲ ਤਖਤ ਦਾ ਜਥੇਦਾਰ, ਜਿਹਨੂੰ ਤੁਸੀਂ ਅਜੇ ਤੱਕ ਪੱਕਾ ਨਹੀਂ ਹੋਣ ਦਿੱਤਾ, ਕਾਰਜਕਾਰੀ ਇਸ ਕਰਕੇ ਰੱਖਿਆ ਕਿ ਸਾਡੇ ਕਹਿ 'ਚ ਚੱਲੂਗਾ, ਉਹਨੇ ਇੱਕ ਹਫ਼ਤੇ ਬਾਅਦ ਮੋੜਾ ਕੱਟ ਕੇ ਕੂਹਣੀ ਮੋੜ ਕੀਤਾ, ਯੂ ਟਰਨ ਲਿਆ, ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੇ ਚੋਰੀ ਕੋਈ ਨਹੀਂ ਹੋਇਆ। ਇੱਕ ਹਫ਼ਤਾ ਪਹਿਲਾਂ ਕਹਿੰਦਾ ਸੀ ਮੈਂ ਆਹ ਕਰ ਦੂੰ, ਉਹ ਕਰ ਦੂੰ। ਇੱਕ ਹਫ਼ਤੇ ਬਾਅਦ ਤੁਸੀਂ ਇਹ ਮੋੜਾ ਕੱਟਣ ਨੂੰ ਮਜਬੂਰ ਕਿਉਂ ਕਰ ਦਿੱਤਾ? ਉੱਥੇ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਤੁਸੀਂ ਮਜਬੂਰ ਕੀਤਾ ਸੀ? ਅੱਜ ਇਹ ਸਾਰਾ ਕੁਝ ਜਿਹੜਾ ਉਹ ਤੁਹਾਡੀ ਪੋਜੀਸ਼ਨ ਖਰਾਬ ਕਰਦਾ ਪਿਆ। ਮੈਂ ਪਿਛਲਿਆਂ ਦਿਨਾਂ 'ਚ ਮੁੜ ਕੇ ਕਹਿੰਦਾ ਸੀ, ਸੁਖਬੀਰ ਸਿੰਘ ਬਾਦਲ ਨੇ ਪਿਛਲਿਆਂ ਦਿਨਾਂ 'ਚ ਆਪਣੀ ਪਾਰਟੀ ਦੀ ਹਾਲਤ ਸੁਧਾਰਨ ਵਾਸਤੇ ਯਤਨ ਬਹੁਤ ਕੀਤੇ ਆ, ਔਰ ਸੱਜੀ ਮੁੱਚੀ ਕੀਤੇ ਸੀ।
ਉਦੋਂ ਕੀਤੇ ਸੀ ਜਦੋਂ ਸਾਰੀਆਂ ਪਾਰਟੀਆਂ ਕਿਸਾਨਾਂ ਦੇ ਦਬਾਅ ਥੱਲੇ ਲੋਕਾਂ ਜੜ੍ਹਾਂ ਛੱਡ ਗਈਆਂ ਸੀ। ਇਹ ਉਦੋਂ ਵੀ ਕਰਦਾ ਰਿਹਾ। ਪਰ ਮੈਂ ਨਾਲ ਇਹ ਵੀ ਗੱਲ ਕਹਿੰਦਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਯਤਨ ਇਸ ਕਰਕੇ ਕੀਤੇ ਆ ਕਿ ਆ ਚੋਣਾਂ ਇਸ ਪਰਿਵਾਰ ਦੀ ਰਾਜਨੀਤੀ ਵਿੱਚ ਹੋਣ ਦਾ ਸਵਾਲ ਹੈ। ਜੇ ਲਗਾਤਾਰ ਦੂਸਰੀ ਵਾਰੀ ਪਾਰਟੀ ਨੂੰ ਸੱਟ ਪੈ ਗਈ ਤੇ ਅਕਾਲੀ ਦਲ ਦੇ ਅੰਦਰੋਂ ਬਾਦਲ ਪਰਿਵਾਰ ਦੀ ਲੀਡਰੀ ਨੂੰ ਚੁਣੌਤੀ ਏਡੀ ਵੱਡੀ ਹੋ ਜਾਣੀ ਆ ਕਿ ਤੁਹਾਡੇ ਤੋਂ ਸੰਭਾਲੀ ਨਹੀਂ ਜਾਣੀ। ਅੱਜ ਵਾਲੀਆਂ ਘਟਨਾਵਾਂ ਨੇ ਉਹ ਚੁਣੌਤੀ ਬਹੁਤ ਵੱਡੀ ਕਰਤੀ ਹੈ। ਹੁਣ ਬਾਦਲ ਸਾਹਿਬ ਕਿਤੇ ਇਕੱਲੇ ਬੈਠ ਕੇ ਸੋਚਿਓ, ਜਦੋਂ ਸੋਚੋਗੇ ਤੇ ਪਿਓ ਪੁੱਤ ਸੋਚਿਓ। ਬੀਬੀ ਜੀ ਨੂੰ ਆਖਿਓ ਥੋੜ੍ਹਾ ਜਿਹਾ ਆਰਾਮ ਕਰ ਲੈਣ, ਜੇ ਉਹ ਉੱਥੇ ਸਾਹਮਣੇ ਹੋਏ ਤੁਸੀਂ ਬੋਲ ਨਹੀਂ ਸਕਣਾ, ਤੁਹਾਡੇ ਤੋਂ ਬੋਲਿਆ ਨਹੀਂ ਜਾਣਾ। ਆਰਾਮ ਨਾਲ ਬੈਠ ਕੇ ਸੋਚਿਓ। ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ, ਉਹ ਤੁਸੀਂ ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਵਾਲੇ ਸੀ। ਤੁਹਾਡੇ ਕੋਲ ਹਰ ਕਿਸਮ ਦੇ ਬੰਦੇ ਸਨ, ਸ਼ਾਂਤਮਈ ਵਾਲੇ ਵੀ, ਲੜਨ ਵਾਲੇ ਵੀ। ਤੁਹਾਡੇ ਵਿੱਚ ਗਰਮ ਧੜੇ ਤੇ ਨਰਮ ਧੜੇ ਕਈ ਵਾਰ ਬਣੇ ਸਨ। ਇਹ ਪਾਰਟੀ ਬੜੀ ਮਜ਼ਬੂਤ ਸੀ। ਹਿੰਦੁਸਤਾਨ ਦੇ ਲੋਕ ਤੁਹਾਡੀ ਕਦਰ ਕਰਦੇ ਹੁੰਦੇ ਸੀ। ਅੱਜ ਤੁਸੀਂ ਪਾਰਟੀ ਵੀ ਰੋਲਤੀ, ਆਪ ਵੀ ਰੁਲ ਗਏ। ਕੈਪਟਨ ਅਮਰਿੰਦਰ ਸਿੰਘ ਜਦੋਂ ਅਹੁਦਾ ਛੱਡ ਕੇ ਗਿਆ ਤੇ ਉਹਨੇ ਆਖਿਆ ਕਾਂਗਰਸ ਪਾਰਟੀ ਟਾਰਾ ਮਾਰਦੀ ਹੈ। 4.5 ਸਾਲ ਜਿਹੜਾ ਮੈਂ ਕੰਮ ਕੀਤਾ ਇਹ ਉਹਦਾ ਫਲ ਖਾਣਾ ਚਾਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਜੀ, ਜੇ 4.5 ਸਾਲ ਦਾ ਤੁਹਾਡਾ ਕੰਮ ਇੰਨਾ ਹੀ ਵਧੀਆ ਹੁੰਦਾ ਕਿ ਉਹਦਾ ਫਲ ਤੁਹਾਡੇ ਤੋਂ ਬਾਅਦ ਤੁਹਾਡੀ ਪਾਰਟੀ ਖਾ ਸਕਦੀ, ਤੇ ਉਸ ਫਲ ਦੇ ਆਸਰੇ ਤੁਸੀਂ ਆਪ ਕਿਉਂ ਨਾ ਜਿੱਤ ਗਏ? ਤੁਹਾਡੇ ਪਟਿਆਲੇ ਦੇ ਵਿੱਚੋਂ ਪੈਰ ਕਿਉਂ ਉਖੜ ਗਏ? ਜਿਹੜੇ ਬੰਦੇ ਰਾਤ ਦੀਆਂ ਮਹਿਫਲਾਂ 'ਚ, ਭਾਵੇਂ ਕਿਸੇ ਵੀ ਥਾਂ ਤੇ ਮਹਿਫਲਾਂ ਲੱਗਣ, ਚੰਡੀਗੜ੍ਹ ਦੇ ਲਾਗੇ ਸੀਸਵਾ ਫਾਰਮ 'ਚ ਲੱਗਣ ਜਾਂ ਦਿੱਲੀ ਦੱਖਣ ਜਾਂ ਕਿਸੇ ਦਾ ਪਰਦੇਸੀ ਦਾ ਜਨਮ ਦਿਨ ਮਨਾਉਣ ਵਾਸਤੇ ਤੁਸੀਂ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ 'ਚ ਜਾ ਕੇ ਵੀ ਮਹਿਫਲਾਂ ਲਾਉਂਦੇ ਸੀ। ਜਿਹੜੇ ਬੰਦੇ ਉਦੋਂ ਤੁਹਾਡੀਆਂ ਮਹਿਫਲਾਂ ਵਾਸਤੇ ਸਾਰੇ ਪ੍ਰਬੰਧ ਕਰਦੇ ਹੁੰਦੇ ਸਨ, ਮੈਂ ਸਾਰੇ ਲਫ਼ਜ਼ ਉਚੇਚ ਨਾਲ ਕਹਿ ਰਿਹਾ, ਸਾਰੇ ਪ੍ਰਬੰਧ ਕਰਦੇ ਹੁੰਦੇ ਸਨ, ਉਹ ਬੰਦੇ ਮੁੜ ਕੇ ਤੁਹਾਡੇ ਨਾਲ ਕਿਉਂ ਨਾ ਨਿਭੇ? ਉਹ ਬੀਜੇਪੀ 'ਚ ਕਿਉਂ ਚਲੇ ਗਏ? ਕਦੇ ਤੁਸੀਂ ਸੋਚਿਆ? ਇਹੋ ਜਿਹੇ ਚਾਪਲੂਸਾਂ ਨੂੰ ਅੱਗੇ ਲਾ ਕੇ ਤੁਸੀਂ ਜੋ ਕਰਨਾ ਚਾਹੁੰਦੇ ਸੀ ਉਹ ਤੁਹਾਡੀਆਂ ਜੜ੍ਹਾਂ 'ਚ ਬੈਠ ਗਏ। ਤੁਸੀਂ ਕਹਿੰਦੇ ਮੇਰਾ 4.5 ਸਾਲ ਦੇ ਕੀਤੇ ਦਾ ਫਾਇਦਾ ਲੈਣਾ ਚਾਹੁੰਦਾ ਚਰਨਜੀਤ ਸਿੰਘ ਚੰਨੀ। ਜੇ 4.5 ਸਾਲ ਦੇ ਕੀਤੇ ਦਾ ਫਾਇਦਾ ਲੈਣਾ ਹੋਵੇ ਤੇ ਤੁਹਾਡਾ ਬੜਾ ਚਹੇਤਾ ਸੀ ਸਾਧੂ ਸਿੰਘ ਧਰਮਸੋਤ, ਉਹਦਾ ਕੀ ਬਣਿਆ ਜਰਾ ਪੁੱਛਿਓ ਤੁਸੀਂ। ਇੱਦਾਂ ਦੇ ਹੋਰ ਕਿੰਨੇ ਆ ਜਿਹੜੇ ਤੁਹਾਡੇ ਨਾਲ ਦੇ ਸੀ, ਉਹਨਾਂ ਦਾ ਕੀ ਬਣਿਆ? ਉਹ ਪਾਰ ਕਿਉਂ ਨਹੀਂ ਲੱਗ ਸਕੇ? ਆਖਿਰਕਾਰ ਪਤਾ ਤਾਂ ਲੱਗਣਾ ਚਾਹੀਦਾ ਕਿ ਉਹ ਸਾਰੇ ਪਾਰ ਕਿਉਂ ਨਹੀਂ ਲੱਗੇ। ਇਹਦੇ ਤੋਂ ਇਲਾਵਾ ਮੈਂ ਬੇਨਤੀ ਕਰੂੰਗਾ, ਚਰਨਜੀਤ ਸਿੰਘ ਚੰਨੀ ਪੰਜਾਬ ਦਾ ਮੁੱਖ ਮੰਤਰੀ ਹੈ। ਇਹ ਮੁੱਖ ਮੰਤਰੀ ਬੜੇ ਵੱਖਰੇ ਜਿਹੇ ਹਾਲਾਤ 'ਚ ਬਣਿਆ ਸੀ। ਪਾਰਟੀ ਵਿੱਚ ਮਤਭੇਦ ਸਨ। ਪਾਰਟੀ ਦਾ ਇੱਕ ਲੀਡਰ ਜਿਹੜਾ ਕਦੇ ਕਿਸੇ ਵਕਤ ਇੰਗਲੈਂਡ 'ਚ ਕ੍ਰਿਕਟ ਟੀਮ ਖੇਡਦੀ ਨੂੰ ਅੱਧ ਵਿਚਾਲੇ ਛੱਡ ਕੇ ਭੱਜ ਆਇਆ ਸੀ। 11 ਦੀ ਥਾਂ 10 ਖਿਡਾਰੀ ਖੇਡਦੇ ਰਹੇ ਸਨ। ਉਸ ਵਕਤ ਤੇ ਸਾਰੀ ਉਮਰ ਦੀ ਪਾਬੰਦੀ ਲੱਗ ਸਕਦੀ ਸੀ। ਇਹਨੂੰ ਸਿਰਫ ਇੱਕ ਅਹੁਦੇਦਾਰ ਨੇ, ਕ੍ਰਿਕਟ ਬੋਰਡ ਦੇ ਇੱਕ ਅਹੁਦੇਦਾਰ ਨੇ ਇਹਨੇ ਬਚਾ ਦਿੱਤਾ ਸੀ। ਉਹ ਜਿਹੜਾ ਮੁੰਡਾ ਸੀ ਉਹ ਪੰਜਾਬ ਦੀ ਕਾਂਗਰਸ ਵਿੱਚ ਲੈ ਲਿਆ। ਤੁਹਾਡੀ ਹਾਈ ਕਮਾਂਡ ਉਹਨੂੰ ਚੁੱਕੀ ਫਿਰਦੀ ਰਹੀ। ਉਹ ਮੁੰਡਾ ਪੰਜਾਬ ਦਾ ਪ੍ਰਧਾਨ ਬਣਿਆ, ਤੁਹਾਡੀ ਨਾਂ ਨਿਭੀ, ਉਹ ਪਾਸੇ ਹਟ ਗਿਆ। ਪਰ ਜਦੋਂ ਤੁਹਾਡੀ ਥਾਂ ਤੇ ਮੁੱਖ ਮੰਤਰੀ ਬਣਾਉਣਾ ਸੀ, ਇੱਕ ਦਾ ਨਾਂ ਆਇਆ, ਦੂਜੇ ਦਾ ਨਾਂ ਆਇਆ, ਤੀਜੇ ਦਾ ਨਾਂ ਆਇਆ, ਤੁਹਾਡੀ ਕਿਸੇ ਨਾਂ ਤੇ ਕੋਈ ਸਹਿਮਤੀ ਨਹੀਂ ਹੋ ਸਕੀ। ਇਸ ਪਾਰਟੀ ਦੇ ਵਿੱਚ ਫਿਰ ਹੋਇਆ ਕੀ? ਅਖੀਰ ਆਖਿਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿਓ। ਜਿਹੜੇ ਚੰਨੀ ਦਾ ਕਿਸੇ ਨੇ ਨਾਂ ਨਹੀਂ ਸੀ ਲਿਆ, ਉਸ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਮੈਂ ਚਰਨਜੀਤ ਸਿੰਘ ਚੰਨੀ ਨੂੰ ਆਖੂੰਗਾ, ਯਾਦ ਕਰੋ ਚੰਨੀ ਸਾਹਿਬ, ਜਿਸ ਦਿਨ ਤੁਸੀਂ ਮੁੱਖ ਮੰਤਰੀ ਬਣੇ ਸੀ, ਮੈਂ ਇੱਕ ਗੱਲ ਚੇਤੇ ਕਰਾਈ ਸੀ ਕਿ ਬਾਬੂ ਕਾਂਸ਼ੀ ਰਾਮ ਕਹਿੰਦਾ ਹੁੰਦਾ ਸੀ, ਆਹ ਹੱਥ ਨਹੀਂ, ਇਹ ਹਿੰਦੁਸਤਾਨ ਦਾ ਨਕਸ਼ਾ ਹੈ। ਇਹਦੇ ਉੱਤੇ ਆ ਉੱਚੀ ਜਾਤ, ਆ ਥੋੜ੍ਹੀ ਘੱਟ ਉੱਚੀ ਜਾਤ, ਆ ਦਰਮਿਆਨੀ ਜਾਟ, ਜੱਟ ਜਿਨ੍ਹਾਂ ਨੂੰ ਕਹਿ ਦਿੰਦੇ ਆ ਪਛੜੀਆਂ ਜਾਤੀਆਂ, ਆ ਦਲਿਤ ਨੇ। ਬਾਬੂ ਕਾਂਸ਼ੀ ਰਾਮ ਕਹਿੰਦਾ ਹੁੰਦਾ ਸੀ, ਮੈਂ ਐਂ ਕਰ ਦੇਣਾ, ਦਲਿਤ ਨੂੰ ਹੇਠੋਂ ਚੁੱਕ ਕੇ ਸਿਰੇ ਤੇ ਲਾ ਦੇਣਾ। ਮੈਂ ਮਿਸਾਲ ਦੇ ਕੇ ਆਖਿਆ ਸੀ, ਚਰਨਜੀਤ ਸਿੰਘ ਚੰਨੀ ਦਲਿਤ ਪਰਿਵਾਰ ਵਿੱਚ, ਸਭ ਤੋਂ ਹੀਣੇ ਪਰਿਵਾਰ ਵਿੱਚ ਪੈਦਾ ਹੋਇਆ। ਅੱਜ ਹਿੰਦੁਸਤਾਨ ਦੇ ਪੰਜਾਬ ਵਰਗੇ ਸੂਬੇ ਦਾ ਜਦੋਂ ਮੁੱਖ ਮੰਤਰੀ ਬਣਿਆ ਤੇ ਖਾਨਦਾਨੀ ਰਾਜੇ ਨੂੰ ਉਠਾ ਕੇ ਉੱਤੇ ਕੁਰਸੀ ਖੋਈ ਆ। ਇਹਦੇ ਨਾਲ ਸਾਡੇ ਹਿੰਦੁਸਤਾਨ ਦੇ, ਪੰਜਾਬ ਦੇ ਲੋਕਤੰਤਰ ਦਾ ਸਿਰ ਉੱਚਾ ਹੋਇਆ। ਪਰ ਉਹ ਸਿਰ ਉੱਚਾ ਜਿਹੜਾ ਹੋਇਆ ਸੀ, ਮੁੜ ਕੇ ਸਿਰ ਨੀਵਾਂ ਕਿਹਨੇ ਕੀਤਾ? ਮੁੱਖ ਮੰਤਰੀ ਤੇ ਬਣਾਤਾ ਦੂਜਿਆਂ ਨੇ, ਪਰ ਕੁਰਸੀ ਦੇ ਹਾਣ ਦਾ ਕਿਹਨੇ ਸਾਬਤ ਹੋਣਾ ਸੀ? ਆਪਣੇ ਆਪ ਨੂੰ ਸਾਬਤ ਚਰਨਜੀਤ ਸਿੰਘ ਚੰਨੀ ਨੇ ਕਰਨਾ ਸੀ। ਮੁੱਖ ਮੰਤਰੀ ਬਣਨ ਤੋਂ 1 ਮਹੀਨੇ ਦੇ ਅੰਦਰ ਅੰਦਰ ਘਰ 'ਚ ਕਰੋੜਾਂ ਦੀਆਂ ਕਾਰਾਂ ਆਉਣ ਲੱਗ ਪਈਆਂ। ਸਾਲੀ ਦਾ ਪੁੱਤਰ ਜਿਹੜਾ ਸੀ, ਉਹਦੇ ਵਾਸਤੇ ਕਮਾਂਡੋ ਦਸਤੇ ਮਿਲ ਗਏ। ਉਹ ਕਦੇ ਪਿੰਡ ਦਾ ਸਰਪੰਚ ਵੀ ਬਣਿਆ ਕਿ ਨਹੀਂ ਬਣਿਆ,
ਉਹਦੀ ਗੱਡੀ ਦੇ ਉੱਤੇ MLA ਦਾ ਸਟicker ਲੱਗ ਗਿਆ। 15 ਅਗਸਤ 26 ਜਨਵਰੀ ਵਰਗੇ ਜਿਹੜੇ ਸਰਕਾਰੀ ਫੰਕਸ਼ਨ ਸੀ ਉਹਨਾਂ 'ਚ ਤੁਸੀਂ ਨਾਲ ਲੈ ਕੇ ਜਾਂਦੇ ਰਹੇ। ਇਹ ਸਾਰਾ ਕੁਝ ਕਿਉਂ ਕਰਦੇ ਸੀ? ਜਿੱਦਣ ਉਹ ਫੜਿਆ ਗਿਆ, ਇੰਨੇ ਨੋਟ ਫੜੇ ਗਏ ਕਿ ਦਿੱਲੀ ਤੋਂ ਲਿਆਂਦੀਆਂ ਮਸ਼ੀਨਾਂ ਵੀ 2 ਦਿਨ ਗਿਣਦੀਆਂ ਰਹੀਆਂ ਤੇ ਉਹਨਾਂ 'ਚੋਂ ਧੂੰਆਂ ਨਿਕਲਣ ਲੱਗ ਪਿਆ। ਤੁਹਾਨੂੰ ਉਦੋਂ ਨਹੀਂ ਪਤਾ ਲੱਗਾ ਕੀ ਕੁਛ ਹੁੰਦਾ ਪਿਆ? ਫਿਰ ਜਦੋਂ ਇਹ ਵੇਖਿਆ ਗਿਆ ਕਿ ਚਮਕੌਰ ਸਾਹਿਬ ਦੇ ਵਿੱਚ ਪੈਰਾਂ ਥੱਲਿਓਂ ਜ਼ਮੀਨ ਖਿਸਕਦੀ ਆ, ਤੁਸੀਂ ਭਦੌੜ ਨੂੰ ਦੌੜ ਲਾਈ, ਉੱਥੇ ਜਾ ਕੇ ਸੁਦਾਮਾ ਬਣ ਕੇ ਖਲੋਤੇ ਸੀ। ਲੋਕਾਂ ਤੁਹਾਨੂੰ ਨਹੀਂ ਮੰਨਿਆ ਕਿਉਂਕਿ ਤੁਸੀਂ ਜਿਹੜਾ ਮਾਣ ਸਤਿਕਾਰ ਚੰਨੀ ਬਾਈ ਨੂੰ ਦਲਿਤ ਹੋਣ ਕਰਕੇ ਦਿੱਤਾ ਗਿਆ ਸੀ, ਤੁਸੀਂ ਉਹਦੇ ਹਾਣ ਦੇ ਸਾਬਤ ਨਹੀਂ ਹੋਏ। ਦਲਿਤ ਕਦੇ ਇਸ ਤਰ੍ਹਾਂ ਨਹੀਂ ਕਰਦਾ ਕਿ ਉਹ ਲੋਕਾਂ ਨੂੰ ਭੁੱਖਿਆਂ ਛੱਡ ਕੇ, ਝੁੱਗੀਆਂ ਦੀ ਸਾਰ ਲਏ ਬਗੈਰ, ਗਰੀਬਾਂ ਦੀ ਹਾਲਤ ਸੁਧਾਰੇ ਬਗੈਰ ਆਪਣੇ ਪਰਿਵਾਰ ਨੂੰ ਕਰੋੜਾਂ ਦੀਆਂ ਕਾਰਾਂ ਜਿਹੜੀਆਂ ਨੇ 3-3 ਕਰੋੜ ਵਾਲੀਆਂ ਲੈ ਕੇ ਦੇ ਦੇਵੇ। ਤੁਸੀਂ ਸਿਰਫ ਇਹ ਸਮਝਿਆ ਕਿ ਗੱਲਾਂ ਨਾਲ ਲੋਕ ਬੇਵਕੂਫ ਬਣਾਏ ਜਾਣਗੇ। ਮੈਂ ਛੋਟੇ ਹੁੰਦਿਆਂ ਗਾਰੇ ਦੀ ਕਹਾਣੀ ਕਰਦਾ ਰਿਹਾ। ਮੈਂ ਮੰਜਾ ਬੁਣ ਲੈਂਦਾ ਸਾਂ, ਮੈਂ ਰਿਕਸ਼ਾ ਚਲਾ ਲੈਂਦਾ ਸਾਂ, ਮੈਂ ਟੈਂਟ ਲਾ ਲੈਂਦਾ ਸਾਂ। ਇਹ ਸਾਰਾ ਕੁਝ ਤੁਸੀਂ ਕਰਦੇ ਹੋਵੋਗੇ ਮਹਾਰਾਜ ਜੀ। ਬਹੁਤ ਸਾਰੇ ਲੋਕ ਹੋਰ ਪੇਟ ਪਾਲਣ ਵਾਸਤੇ ਕਰਦੇ ਆ, ਤੁਸੀਂ ਕਾਹਦੇ ਲਈ ਕਰਦੇ ਸੀ ਮੈਨੂੰ ਪਤਾ ਨਹੀਂ। ਤੁਸੀਂ ਭਦੌੜ ਨੂੰ ਦੌੜ ਲਾਤੀ। ਹਾਸੋ ਇੰਨੀਆਂ ਗੱਲਾਂ। ਪੰਜਾਬ ਦਾ ਮੁੱਖ ਮੰਤਰੀ ਤੁਰਿਆ ਤੁਰਿਆ ਜਾਂਦਾ ਰਾਹ ਦੇ ਵਿੱਚ ਇੱਕ ਥਾਂ ਤੇ ਗੱਡੀਆਂ ਰੋਕ ਕੇ ਆਖੇ ਮੈਂ ਬੱਕਰੀ ਦਾ ਦੁੱਧ ਚੋਣਾ, ਇੱਕ ਬੋਤਲ ਲਿਆਓ। ਪਤਾ ਕਰੋ, ਅਖਬਾਰਾਂ ਵਿੱਚ ਚਰਚਾ ਹੋ ਰਹੀ ਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੱਕਰੀ ਦਾ ਦੁੱਧ ਇਸ ਕਰਕੇ ਚੋਇਆ ਕਿਉਂਕਿ ਕਿਸੇ ਪਾਂਧੇ ਨੇ ਆਖਿਆ ਸੀ ਕਿ ਇਹਦੇ ਨਾਲ ਵੀ ਕੋਈ ਭਲਾ ਹੋ ਜਾਊਗਾ, ਕੋਈ ਸੁਖਣਾ ਵਾਲੀ ਗੱਲ ਆਖੀ ਗਈ ਸੀ। ਆ ਜਿਹੜੀਆਂ ਛੋਟੀਆਂ ਗੱਲਾਂ ਤੁਸੀਂ ਕੀਤੀਆਂ, ਇਹਨਾਂ ਗੱਲਾਂ ਦਾ ਸਿੱਟਾ ਕੀ ਨਿਕਲਣਾ ਸੀ? ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਨਾ ਖੁਦਾ ਹੀ ਮਿਲਾ ਨਾ ਵਸਾਲੇ ਸਨਮ। ਹੁਣ ਬੈਠ ਕੇ ਸੋਚਿਓ ਤੁਸੀਂ ਆਪਣਾ ਕੀ ਕੀਤਾ, ਤੁਸੀਂ ਆਪਣੀ ਪਾਰਟੀ ਦਾ ਕੀ ਕਰਤਾ। ਜਿਹੜਾ ਤੁਸੀਂ ਪੰਜਾਬ ਦਾ ਪ੍ਰਧਾਨ ਬਣਾਇਆ ਸੀ, ਜਿਹਨੂੰ ਪ੍ਰਧਾਨ ਬਣਾਉਣ ਲੱਗਿਆ ਨਵਜੋਤ ਸਿੰਘ ਸਿੱਧੂ ਦੇ ਨਾਲ 70 ਬੰਦੇ ਸੀ, ਜਦੋਂ ਉਹਨੂੰ ਮੁੱਖ ਮੰਤਰੀ ਬਣਾਉਣ ਲੱਗੇ ਉਹਦੇ ਨਾਲ 7 ਵੀ ਨਾ ਰਹਿ ਗਏ। ਕਿਉਂ ਨਹੀਂ? ਹਾਲਤ ਇੱਥੋਂ ਤੱਕ ਕਿਉਂ ਪਹੁੰਚ ਗਈ ਕਿ ਪੰਜਾਬ ਦੀ ਪਾਰਟੀ ਦਾ ਪ੍ਰਧਾਨ ਆਪਣੇ ਹਲਕੇ ਤੋਂ ਬਾਹਰ ਨਹੀਂ ਨਿਕਲਦਾ। ਉਹਦੀ ਪਤਨੀ ਨੂੰ ਪੁੱਛਿਆ ਜਾਂਦਾ, ਬੀਬੀ ਜੀ ਤੁਹਾਡੇ ਪਤੀ ਦੇਵ ਪੰਜਾਬ ਦੇ ਪ੍ਰਧਾਨ ਨੇ, ਬਾਕੀ ਥਾਵਾਂ ਤੇ ਜਾਂਦੇ ਕਿਉਂ ਨਹੀਂ? ਕਹਿੰਦੀ ਕੋਈ ਸੱਦੂਗਾ ਤੇ ਜਾਵੇ, ਉੱਦਾਂ ਕਿਉਂ ਜਾਵੇ? ਔਰ ਇੱਕ ਥਾਂ ਤੇ ਸੱਦਿਆ ਗਿਆ ਔਰ ਬੜੀ ਹਾਰਡ ਸੀਟ ਤੇ ਸੱਦਿਆ ਗਿਆ। ਕੇਂਦਰ ਤੋਂ ਆਈ ਹਾਈ ਕਮਾਂਡ ਦੀ ਲੀਡਰ ਪ੍ਰਿਯੰਕਾ ਗਾਂਧੀ ਕੋਲ ਬੈਠੀ ਆ। ਬੜਾ ਸਟੇਜ ਤੋਂ ਸ਼ਿੰਗਾਰ ਕੇ ਆਖਿਆ ਗਿਆ ਸਾਡਾ ਪੰਜਾਬ ਦਾ ਬੱਬਰ ਸ਼ੇਰ ਨਵਜੋਤ ਸਿੰਘ ਸਿੱਧੂ ਆਵੇਗਾ। ਨਵਜੋਤ ਸਿੰਘ ਸਿੱਧੂ ਨੇ ਉੱਠ ਕੇ ਆਖਿਆ ਮੈਂ ਨਹੀਂ ਬੋਲਣਾ। ਤੁਹਾਡੀ ਪਾਰਟੀ ਨੂੰ ਸਮਝ ਨਾ ਲੱਗੀ ਕਿ ਕੀ ਹੁੰਦਾ ਪਿਆ? ਨਵਜੋਤ ਸਿੰਘ ਸਿੱਧੂ ਉੱਥੇ ਬੋਲਣ ਤੋਂ ਨਾ ਕਰ ਜਾਵੇ। ਨਵਜੋਤ ਸਿੰਘ ਸਿੱਧੂ ਆਪਣੀਆਂ ਸ਼ਰਤਾਂ ਤੇ ਪਾਰਟੀ ਨੂੰ ਚਲਾਉਣਾ ਚਾਹਵੇ। ਨਤੀਜਾ ਕੀ ਨਿਕਲਿਆ? ਨਵਜੋਤ ਸਿੰਘ ਸਿੱਧੂ ਵੀ ਇਸ ਵੇਲੇ ਉਸ ਪੋਜੀਸ਼ਨ 'ਚ ਪਹੁੰਚ ਗਿਆ ਕਿ ਹੁਣ ਆਪਣੀ ਸੀਟ ਵੀ ਰਹੀ ਨਹੀਂ। ਇਹ ਜਿਹੜੇ ਹਾਲਾਤ ਨੂੰ ਤੁਸੀਂ ਪਹੁੰਚੇ ਹੋ ਉਹਦੇ ਸਿੱਟੇ ਇਹੋ ਨਿਕਲਣੇ ਸੀ। ਇੱਕ ਗੱਲ ਮੈਂ ਕਹਾਂਗਾ ਭਾਰਤੀ ਜਨਤਾ ਪਾਰਟੀ ਵਾਲੇ ਮਿੱਤਰਾਂ ਬਾਰੇ, ਉਹ ਤੁਸੀਂ ਅਕਾਲੀਆਂ ਦੇ ਮਿੱਤਰ ਸੀ, ਤੁਸੀਂ ਹੋਰ ਲੋਕਾਂ ਦੇ ਵੀ ਸੀ, ਤੁਸੀਂ ਬਹੁਤ ਕੁਝ ਕਰਦੇ ਰਹੇ। ਤੁਸੀਂ ਆਖਿਆ ਅਸੀਂ ਸਿੱਖਾਂ ਦੇ ਬਹੁਤ ਚਹੇਤੇ ਹਾਂ। ਸਿੱਖਾਂ ਦੇ ਚਹੇਤੇ ਸੀ, ਕਿਸਾਨਾਂ ਦੇ ਚਹੇਤੇ ਵੀ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੇ ਆਖਿਆ ਆਪਣੇ ਆਪ ਨੂੰ। ਪਰ ਜੇ ਤੁਸੀਂ ਚਹੇਤੇ ਸੀ, 1.25 ਸਾਲ ਤੋਂ ਵੱਧ ਕਿਸਾਨ ਦਿੱਲੀ ਦੇ ਉਸ ਬਾਰਡਰ ਦੇ ਉੱਤੇ ਜਾ ਕੇ ਬੈਠੇ ਕਿਉਂ ਰਹੇ? ਕੱਕਰ ਪੈਂਦੇ ਜਦੋਂ ਠੰਡ ਧੁੰਦ ਦੇ ਵਿੱਚ 1 ਮੀਟਰ ਤੇ ਬੰਦੇ ਨੂੰ ਬੰਦਾ ਨਹੀਂ ਦਿਸਦਾ, ਉਦੋਂ ਵੀ ਦਿਨ ਉਹਨਾਂ ਨੇ ਉੱਥੇ ਕੱਟੇ। ਜਦੋਂ ਗਰਮੀਆਂ 'ਚ ਅੱਗ ਵਰਦੀ ਸੀ ਉਦੋਂ ਵੀ ਉੱਥੇ ਕੱਟੇ। ਜਦੋਂ ਬਰਸਾਤਾਂ ਪਈਆਂ ਉਹਨਾਂ ਦੇ ਮੰਜਿਆਂ ਥੱਲੇ ਪਾਣੀ ਖਲੋ ਗਿਆ, ਉਹ ਲੱਤ ਨਹੀਂ ਸੀ ਲਮਕਾ ਸਕਦੇ, ਉਦੋਂ ਵੀ ਦਿਨ ਕੱਟੇ। ਤੁਹਾਨੂੰ ਉਹਨਾਂ ਦਾ ਕੋਈ ਦਰਦ ਨਾ ਆਇਆ। ਜੇ ਅੰਤ ਨੂੰ ਤੁਸੀਂ ਇੱਕ ਮੌਕਾ ਆਇਆ, ਗੁਰੂ ਸਾਹਿਬ ਦਾ ਗੁਰਪੁਰਬ ਸੀ, ਪ੍ਰਧਾਨ ਮੰਤਰੀ ਨੇ ਕਿਹਾ ਮੈਂ 3 ਕਾਨੂੰਨ ਵਾਪਸ ਲੈਣਾ। ਪਤਾ ਨਹੀਂ ਵਾਪਸ ਇਸ ਕਰਕੇ ਲਏ ਕਿ ਤੁਹਾਨੂੰ ਜਾਪਿਆ ਗਲਤੀ ਹੋ ਗਈ ਹੈ, ਜਾਂ ਇਸ ਕਰਕੇ ਲਏ ਕਿ ਵਿਧਾਨ ਸਭਾ ਚੋਣਾਂ ਸਿਰ ਤੇ ਆ ਗਈਆਂ। ਜੋ ਵੀ ਕੀਤਾ ਅਸੀਂ ਤੁਹਾਡੇ ਕੀਤੇ ਦਾ ਸਵਾਗਤ ਕੀਤਾ ਸੀ। ਪਰ ਇੱਕ ਗੱਲ ਤੇ ਅੱਜ ਤੱਕ ਸਮਝ ਨਹੀਂ ਆਉਂਦੀ, ਮੇਘਾਲਿਆ ਦਾ ਗਵਰਨਰ ਤੁਸੀਂ ਲਾਇਆ ਸਤਿਆਪਾਲ ਮਲਿਕ, ਉਹ ਪੁੱਛਦਾ ਕਿ ਨਿੱਕੀ ਨਿੱਕੀ ਗੱਲ ਦੇ ਉੱਤੇ ਤੁਸੀਂ ਸ਼ੋਕ ਮਤੇ ਪਾਰਲੀਮੈਂਟ 'ਚ ਕਰਦੇ ਹੋ। 700-800 ਕਿਸਾਨ ਮਰ ਗਏ, ਕੀ ਇਹ ਬੰਦੇ ਨਹੀਂ ਸਨ? ਇਹਨਾਂ ਵਾਸਤੇ ਕਿਸੇ ਸ਼ੋਕ ਮਤੇ 'ਚ ਤੁਸੀਂ 2 ਲਾਈਨਾਂ ਨਹੀਂ ਪਾਈਆਂ। ਤੁਹਾਨੂੰ ਇੰਨੇ ਲੋਕਾਂ ਦੇ ਮਰਨ ਦਾ ਅਫਸੋਸ ਨਹੀਂ। ਤੁਹਾਡੇ ਕੇਂਦਰ ਦੇ ਲੀਡਰ ਜਦੋਂ ਇਹ ਕਹਿੰਦੇ ਸੀ ਇਹ ਤਾਂ ਪਾਕਿਸਤਾਨ ਦੇ ਏਜੰਟ ਨੇ, ਜਦੋਂ ਤੁਹਾਡੀ ਕੇਂਦਰ ਦੀ ਇੱਕ ਮੰਤਰੀ ਬੀਬੀ ਇਹ ਕਹਿੰਦੀ ਸੀ ਇਹ ਕਿਸਾਨ ਨਹੀਂ ਇਹ ਤਾਂ ਮਵਾਲੀ ਨੇ। ਮਵਾਲੀ ਪਤਾ ਜੇ ਕੌਣ ਹੁੰਦਾ? ਮੁੰਬਈ ਦੀ ਭਾਸ਼ਾ 'ਚ, ਮਰਾਠੀ ਭਾਸ਼ਾ 'ਚ ਟੁੱਚਲ ਬਦਮਾਸ਼ ਨੂੰ ਕਹਿੰਦੇ ਆ, ਜਿਹੜਾ ਤੁਰਿਆ ਜਾਂਦਿਆਂ ਕਿਸੇ ਦਾ ਪਰਸ ਖੋਲੇ, ਕਿਸੇ ਨੂੰ ਚਾਕੂ ਮਾਰ ਆਵੇ, ਕਿਸੇ ਤੋਂ ਛਿੱਤਰ ਖਾ ਲੈ।
ਤੁਸੀਂ ਕਿਸਾਨਾਂ ਬਾਰੇ ਇਹੋ ਜਿਹੇ ਲਫ਼ਜ਼ ਵਰਤੇ। ਇਹ ਲਫ਼ਜ਼ ਵਰਤੇ ਜਾਣ ਤੋਂ ਬਾਅਦ ਵੀ ਤੁਸੀਂ ਇਹ ਸੋਚਿਆ ਕਿ ਪੰਜਾਬ ਦੇ ਲੋਕ ਤੁਹਾਨੂੰ ਹੱਥੀਂ ਛਾਵਾਂ ਕਰਨਗੇ। ਉਹਨਾਂ ਨੇ ਨਹੀਂ ਕੀਤੀਆਂ। ਅੱਜ ਤੁਸੀਂ ਵੀ ਮਾਰ ਖਾਧੀ ਹੈ, ਅਕਾਲੀਆਂ ਨੇ ਵੀ ਖਾਧੀ ਹੈ, ਕਾਂਗਰਸੀਆਂ ਨੇ ਵੀ ਖਾਧੀ ਹੈ। ਆਮ ਆਦਮੀ ਪਾਰਟੀ ਉਹ ਜਿੱਤ ਕੇ ਸਾਹਮਣੇ ਆਈ ਹੈ ਜਿਹੜੀ ਆਮ ਆਦਮੀ ਪਾਰਟੀ ਬਾਰੇ ਤੁਸੀਂ ਕਹਿੰਦੇ ਸੀ। ਸਾਨੂੰ ਤਾਂ ਕੁਮਾਰ ਵਿਸ਼ਵਾਸ ਨੇ ਦੱਸਿਆ ਅਰਵਿੰਦ ਕੇਜਰੀਵਾਲ ਤਾਂ ਖਾਲਿਸਤਾਨੀਆਂ ਦਾ ਸਾਥੀ ਹੈ। ਇੱਕ ਕੁਮਾਰ ਵਿਸ਼ਵਾਸ ਤੁਹਾਡਾ ਚਹੇਤਾ ਕਦੋਂ ਦਾ ਬਣ ਗਿਆ? ਇੱਦਾਂ ਦਾ ਅਕਸ਼ੇ ਕੁਮਾਰ ਵੀ ਚਹੇਤਾ, ਹੋਰ ਵੀ 5-6 ਚਹੇਤੇ ਤੇ ਚਹੇਤੀਆਂ ਤੁਹਾਡੇ ਕੋਲ ਹੈਗੇ ਨੇ। ਕੁਝ ਮੀਡੀਆ 'ਚ ਵੀ ਕੰਮ ਕਰਦੇ ਆ ਜਿਹੜੇ ਆਪਣਾ ਨਾਂ ਲੈਣ ਲੱਗਣ ਤੇ ਆਪਣਾ ਸਰਨੇਮ ਲਾਉਣਾ ਭੁੱਲ ਜਾਂਦੇ ਤੇ ਆਪਣੇ ਨਾਂ ਪਿੱਛੇ ਮੋਦੀ ਲਾ ਦਿੰਦੇ। ਉਹ ਵੀ ਹੈਗੇ ਨੇ, ਸਾਨੂੰ ਪਤਾ ਹੈਗੇ ਨੇ। ਪਰ ਨਤੀਜਾ ਕੀ ਨਿਕਲਿਆ? ਤੁਸੀਂ ਕੁਝ ਇਹ 'ਚੋਂ ਖੱਟ ਨਹੀਂ ਸਕੇ। ਹੁਣ ਜਿੱਥੇ ਗੱਲ ਪਹੁੰਚ ਗਈ ਆ, ਮੈਂ ਇੱਕ ਬੇਨਤੀ ਹੁਣ ਉਹਨਾਂ ਨੂੰ ਕਰਨੀ ਚਾਹੁੰਦਾ ਜਿਨ੍ਹਾਂ ਨੂੰ ਅੱਜ ਲੋਕਾਂ ਨੇ ਜਿੱਤ ਦਾ ਤੋਹਫਾ ਬਖਸ਼ਿਆ। ਭਗਵੰਤ ਮਾਨ ਤੇ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਲੀਡਰ, ਉਹਨਾਂ ਦੀ ਪਾਰਟੀ ਦੇ ਕੇਂਦਰੀ ਲੀਡਰ ਅਰਵਿੰਦ ਕੇਜਰੀਵਾਲ ਤੇ ਉਹਦੇ ਸਾਥੀ, ਉਹਨਾਂ ਸਾਰਿਆਂ ਨਾਲ ਮੈਂ ਕੁਝ ਗੱਲਾਂ ਕਰਨੀਆਂ ਚਾਹੁੰਦਾ। ਦੇਖੋ, ਤੁਸੀਂ ਜਿੱਤ ਗਏ ਹੋ, ਤੁਹਾਨੂੰ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ। ਬੰਦਾ ਗਲਤੀਆਂ ਤੋਂ ਵੀ ਸਿੱਖਦਾ ਹੁੰਦਾ। ਪਿਛਲੇ ਸਮੇਂ 'ਚ ਹੋਈਆਂ ਗਲਤੀਆਂ ਤੋਂ ਸਿੱਖਿਓ। ਜਿਹੜੀਆਂ ਤੁਹਾਡੇ ਤੋਂ ਨਹੀਂ ਹੋਈਆਂ, ਤੁਹਾਡੇ ਤੋਂ ਪਹਿਲਾਂ ਅਕਾਲੀਆਂ ਕੀਤੀਆਂ, ਕਾਂਗਰਸੀਆਂ ਕੀਤੀਆਂ, ਭਾਰਤੀ ਜਨਤਾ ਪਾਰਟੀ ਨੇ ਕੀਤੀਆਂ, ਉਹਨਾਂ ਤੋਂ ਵੀ ਸਿੱਖਿਓ। ਇਹ ਵੀ ਸਿੱਖਿਓ ਕਿ ਗਲਤ ਬੰਦੇ ਦੀ ਮਦਦ ਨਹੀਂ ਕਰੀਦੀ। ਤੁਹਾਡੀ ਕੇਂਦਰ ਦੀ ਜਿਹੜੀ ਦਿੱਲੀ ਵਾਲੀ ਸਰਕਾਰ ਹੈ, ਉਹਨਾਂ ਇੱਕ ਵਾਰੀ ਇੱਕ ਕਾਨੂੰਨ ਮੰਤਰੀ ਬਣਾ ਦਿੱਤਾ ਸੀ ਜਿਹੜਾ ਕਹਿੰਦਾ ਸੀ ਮੈਂ ਵਕੀਲ ਹਾਂ। ਉਹਦਾ ਕੇਸ ਨਿਕਲਿਆ, ਉਹਨੂੰ ਫੜ ਕੇ ਲੈ ਗਏ ਉਸ ਯੂਨੀਵਰਸਿਟੀ 'ਚ ਜਿੱਥੋਂ ਦੀ ਲਾਅ ਦੀ ਡਿਗਰੀ ਕਰਦਾ ਸੀ, ਦੱਸਦਾ ਸੀ। ਉਹਨੂੰ ਆਖਿਆ ਕਮਰਾ ਦੱਸ ਦੇ, ਕਿਹੜੇ ਕਮਰੇ 'ਚ ਤੂੰ ਬੈਠ ਕੇ ਪੜ੍ਹਦਾ ਰਿਹਾ। ਉਹ ਦੱਸ ਨਹੀਂ ਸਕਿਆ। ਉਹਨੂੰ ਆਖਿਆ ਤੂੰ ਦੱਸ ਦੇ ਤੈਨੂੰ ਟੀਚਰ ਕਿਹੜੇ ਪੜ੍ਹਾਉਂਦੇ ਸੀ, 4 ਟੀਚਰਾਂ ਦੇ ਨਾਂ ਦੱਸ ਦੇ। ਉਹ ਦੱਸ ਨਹੀਂ ਸਕਿਆ। ਉਹਨੂੰ ਪੁੱਛਿਆ ਗਿਆ ਤੂੰ ਆਪਣੇ ਨਾਲ ਦੇ 4 ਵਿਦਿਆਰਥੀਆਂ ਦੇ ਨਾਂ ਦੱਸ ਦੇ। ਉਹ ਦੱਸ ਨਹੀਂ ਸਕਿਆ। ਉਹਨੂੰ ਪੁੱਛਿਆ ਗਿਆ ਰੋਟੀ ਮੈਸ 'ਚੋਂ ਖਾਂਦਾ ਸੀ ਕਿ ਢਾਬੇ ਤੋਂ, ਰਹਿੰਦਾ ਕਿੱਥੇ ਸੀ ਦੱਸ ਦੇ। ਉਹ ਦੱਸ ਨਹੀਂ ਸਕਿਆ। ਪਰ ਉਸ ਵਕਤ ਤੱਕ ਪਾਰਟੀ ਗਲਤੀ ਨਾਲ ਉਹਦੀ ਹਮਾਇਤ ਕਰਦੀ ਗਈ। ਬਾਅਦ ਵਿੱਚ ਪਾਰਟੀ ਨੂੰ ਪਛਤਾਉਣਾ ਪਿਆ ਸੀ। ਹੁਣ ਰਾਜ ਲੋਕਾਂ ਨੇ ਤੁਹਾਨੂੰ ਬਖਸ਼ਿਆ। ਇਹ ਚੰਗੀ ਗੱਲ ਹੈ ਕਿ ਤੁਸੀਂ ਆਖਿਆ ਕਿ ਅਸੀਂ ਗਵਰਨਰ ਦੀ ਕੋਠੀ 'ਚ ਰਾਜ ਭਵਨ 'ਚ ਜਾ ਕੇ ਸਹੁੰਆਂ ਨਹੀਂ ਚੁੱਕਣੀਆਂ। ਇਹ ਚੰਗੀ ਗੱਲ ਹੈ ਤੁਸੀਂ ਆਖਿਆ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਜਾ ਕੇ ਸਹੁੰ ਚੁੱਕਾਂਗੇ। ਵਧੀਆ ਕਰਦੇ ਹੋ। ਪਰ ਭਗਤ ਸਿੰਘ ਦੇ ਪਿੰਡ ਜੇ ਜਾਣਾ, ਜੇ ਉੱਥੋਂ ਦੀ ਮਿੱਟੀ ਮੱਥੇ ਨੂੰ ਲਾਉਣੀ ਆ, ਇਹ ਚੇਤਾ ਰੱਖਿਓ ਉੱਥੇ ਬਹੁਤ ਸਾਰੇ ਲੋਕਾਂ ਨੇ ਉਹਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਈ ਸੀ। ਜਦੋਂ ਅਕਾਲੀ ਦਲ ਨੂੰ ਛੱਡ ਕੇ ਵੱਖਰੀ ਪੀਪਲਸ ਪਾਰਟੀ ਬਣਾਈ, ਮਨਪ੍ਰੀਤ ਸਿੰਘ ਬਾਦਲ ਨੇ ਵੀ ਉੱਥੇ ਹੀ ਜਾ ਕੇ ਰੈਲੀ ਕੀਤੀ ਸੀ, ਉੱਥੋਂ ਦੀ ਮਿੱਟੀ ਚੁੱਕ ਕੇ ਮੱਥੇ ਨੂੰ ਲਾਈ ਸੀ। ਉਦੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਕੀ ਕੀਤਾ? ਪੁੱਛੋ ਤਾਂ ਸਹੀ ਬਠਿੰਡੇ 'ਚ ਕੀ ਹੁੰਦਾ ਰਿਹਾ। ਅਸੀਂ ਤੇ ਇਹ ਸੁਣਿਆ ਸੀ ਜੋ ਜੀ ਆਵੇ ਸੋ ਰਾਜੀ ਜਾਵੇ। ਪਰ ਬਠਿੰਡੇ 'ਚ ਆ ਪਿਛਲੇ 5 ਸਾਲਾਂ ਦੇ ਰਾਜ 'ਚ ਇੱਕ ਹੋਰ ਕਹਾਣੀ ਆ ਗਈ। ਜੋ ਜੀ ਆਵੇ ਸੋ ਰਾਜੀ ਜਾਵੇ ਨਹੀਂ, ਜੋ ਆਵੇ, ਜੋ ਜੇਬ 'ਚ ਹੈ ਉਹ ਸਾਰਾ ਕੁਝ ਇੱਥੇ। ਉਹ ਜਿਹੜਾ ਜੋ ਕੁਝ ਜੇਬ 'ਚ ਇੱਥੇ ਰੱਖ ਕੇ ਜਾਓ, ਉਹ ਜਿਹੜਾ ਉੱਥੇ ਗੁੰਡਾ ਟੈਕਸ ਚੱਲਦਾ ਰਿਹਾ। ਬਠਿੰਡੇ ਦੀ ਗਲੀ 'ਚ ਉਹਦੀ ਚਰਚਾ ਹੁੰਦੀ ਰਹੀ। ਪੰਜਾਬ ਦੇ ਖਜ਼ਾਨਾ ਮੰਤਰੀ ਨੂੰ ਕੀ ਪਤਾ ਨਹੀਂ ਸੀ ਲੱਗਦਾ ਉੱਥੇ ਕੀ ਹੁੰਦਾ ਪਿਆ? ਲੋਕਾਂ ਦੀਆਂ ਗੱਲਾਂ ਕਰਨੀਆਂ ਸੌਖੀਆਂ ਸੀ, ਖਜ਼ਾਨਾ ਮੰਤਰੀ ਨੇ ਇਸ ਗੱਲ ਨੂੰ ਕਿਉਂ ਨਾ ਵੇਖਿਆ? ਬਠਿੰਡੇ ਦੀ ਗਲੀ 'ਚ ਚਰਚਾ ਹੁੰਦੀ ਸੀ। ਭਗਵੰਤ ਮਾਨ ਜੀ, ਮਨਪ੍ਰੀਤ ਸਿੰਘ ਬਾਦਲ ਤੁਹਾਡਾ ਪੁਰਾਣਾ ਸਾਥੀ ਹੈ। ਤੁਸੀਂ ਕਿਸੇ ਵਕਤ ਪੀਪਲਸ ਪਾਰਟੀ ਆਫ ਪੰਜਾਬ 'ਚ ਇਕੱਠੇ ਹੁੰਦੇ ਸੀ। ਉਹ ਸ਼ੇਰ ਬਹੁਤ ਸੁਣਾ ਸਕਦਾ, ਪਰ ਆਹ ਜੋ ਕੁਛ ਉਹਦੇ ਆਪਣੇ ਪੀੜ੍ਹੀ ਥੱਲੇ ਹੁੰਦਾ ਰਿਹਾ, ਇਹਦੇ ਵੱਲ ਉਹਨੇ ਝਾਤੀ ਨਹੀਂ ਸੀ ਮਾਰੀ। ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਇਸ ਕਰਕੇ ਕਹਿੰਦਾ ਪਿਆ ਕਿ ਹੁਣ ਰਾਜ ਤੁਹਾਡਾ। ਸਿਆਣੇ ਕਹਿੰਦੇ ਆ ਲੰਘੇ ਸੱਪ ਦੀ ਲਕੀਰ ਤੇ ਸੋਟੇ ਨਹੀਂ ਮਾਰੀਦੇ, ਅੱਗੇ ਵੱਲ ਝਾਕੀਦਾ। ਗੁਰੂ ਸਾਹਿਬ ਨੇ ਵੀ ਆਖਿਆ ਸੀ ਆਗਾਹਾ ਕੂ ਤਰਾਗ, ਪਿਛਾ ਫੇਰ ਨਾ ਮੋਢੜਾ। ਤਰਾਗ ਦਾ ਮਤਲਬ ਅੱਗੇ ਨੂੰ ਕਦਮ ਪੁੱਟ, ਪਿਛਾ ਫੇਰ ਨਾ ਮੋਢੜਾ। ਹੁਣ ਮੋਢਿਆਂ ਤੇ ਪਛਾਣ ਨਾ ਝਾਕ। ਆ ਜਿੰਨੀ ਕਰਪਸ਼ਨ ਹੋਈ ਆ ਉਹਦੀ ਪੜਤਾਲ ਕਰਾਇਓ। ਇਹ ਤੁਹਾਡਾ ਭਵਿੱਖ ਦਾ ਕੰਮ ਹੈ। ਜਿਹੜਾ ਪੈਸਾ ਖਾਧਾ ਗਿਆ, ਜਿਨ੍ਹਾਂ ਖਾਧਾ ਉਹਨਾਂ ਚੋਂ ਕਢਾਇਓ। ਇਹ ਤੁਹਾਡਾ ਕੰਮ ਹੈ। ਜਿਹੜੇ ਭ੍ਰਿਸ਼ਟ ਬੰਦੇ ਆ ਉਹਨਾਂ ਨੂੰ ਜੇਲ੍ਹਾਂ 'ਚ ਪਹੁੰਚਾਇਓ। ਇਹ ਤੁਹਾਡਾ ਕੰਮ ਹੈ। ਪਰ ਇੱਕ ਗੱਲ ਤੁਹਾਡੇ ਸਿਰ ਹੋਰ ਹੈ, ਉਹ ਇਹ ਕਿ ਦੂਸਰਿਆਂ ਬਾਰੇ ਗੱਲਾਂ ਕਰਨੀਆਂ ਸੌਖੀਆਂ। ਸਾਧ ਸੰਤ ਕਹਿੰਦੇ ਜਦੋਂ ਦੂਜੇ ਵੱਲ ਇੱਕ ਉਂਗਲ ਕਰੀਏ, ਬਾਕੀ 3 ਸਾਡੇ ਆਪਣੇ ਵੱਲ ਹੁੰਦੀਆਂ। ਤੁਹਾਡੇ ਉੱਤੇ ਇਹਨਾਂ ਚੋਣਾਂ 'ਚ ਕੁਝ ਉਂਗਲਾਂ ਉੱਠੀਆਂ। ਤੁਸੀਂ ਕੁਝ ਇਹੋ ਜਿਹੇ ਕਿਰਦਾਰ ਆਪਣੇ ਵਿੱਚ ਲਿਆਂਦੇ ਆ ਜਿਨ੍ਹਾਂ ਨੂੰ ਲੋਕੀ ਪਸੰਦ ਨਹੀਂ ਸੀ ਕਰਦੇ। ਤੁਸੀਂ ਕੁਝ ਇਹੋ ਜਿਹੇ ਬੰਦੇ ਦੂਸਰੀਆਂ ਪਾਰਟੀਆਂ 'ਚੋਂ ਖਿੱਚ ਕੇ ਆਪਣੇ ਨਾਲ ਰਲਾ ਲਏ ਆ, ਜਿਹੜੇ ਬੰਦੇ ਭ੍ਰਿਸ਼ਟਾਚਾਰ ਦੇ ਨਾਲ ਲਿਬੜੇ ਹੋਏ ਸਨ, ਜਿਹੜੇ ਤੁਹਾਡੇ ਵਿੱਚ ਇਹੋ ਜਿਹੇ ਆ ਗਏ ਨੇ। ਇਹ ਖਿਆਲ ਰੱਖਿਓ, ਇੱਕ ਖਰਬੂਜਾ ਗਲਿਆ ਹੋਵੇ
ਬਾਕੀ ਸਾਰਿਆਂ ਨੂੰ ਗਲਣਾ ਸ਼ੁਰੂ ਕਰ ਦਿੰਦਾ। ਇੱਕ ਮੱਝ ਲਿਬੜੀ ਹੋਵੇ ਪੁੱਛਾਂ ਮਾਰ-ਮਾਰ ਬਾਕੀਆਂ ਨੂੰ ਲਿਬੇੜ ਦਿੰਦੀ ਹੈ। ਜੇ ਤੁਸੀਂ ਲੋਕਾਂ ਦੇ ਮਨਾਂ ਤੋਂ ਲੱਥਣਾ ਨਹੀਂ, ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਇਹ ਜਿੱਤ ਜਿਹੜੀ ਹੰਢਣਸਾਰ ਹੋਵੇ, ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਜਿਤਾਇਆ ਉਹ ਤੁਹਾਡਾ ਸਾਥ ਦਿੰਦੇ ਰਹਿਣ, ਤੁਹਾਨੂੰ ਬਹੁਤ ਸਾਰੇ ਕੰਮ ਕਰਨੇ ਪੈਣੇ ਆ। ਅਜੇ ਜਿਸ ਦਿਨ ਤੁਸੀਂ ਕੁਰਸੀ ਤੇ ਜਾ ਕੇ ਬੈਠੇ, ਸਭ ਤੋਂ ਪਹਿਲੀ ਸਮੱਸਿਆ ਇਹ ਆ ਕਿ ਪਿਛਲਿਆਂ ਨੇ ਇਸ ਖਜ਼ਾਨੇ ਦਾ ਛੱਡਿਆ ਕੱਖ ਨਹੀਂ, ਔਰ ਹਰ ਕੋਈ ਆਖੀ ਗਿਆ ਖਜ਼ਾਨਾ ਖਾਲੀ ਹੈ। ਤੁਹਾਨੂੰ ਖਜ਼ਾਨਾ ਮੈਨੇਜ ਕਰਨਾ ਪੈਣਾ, ਤੁਹਾਨੂੰ ਖਜ਼ਾਨੇ ਦੀ ਕੋਈ ਨਾ ਕੋਈ ਤਰਤੀਬ ਬਣਨੀ ਪੈਣੀ ਹੈ। ਇਹ ਕਹਿਣਾ ਗਲਤ ਹੈ ਕਿ ਖਜ਼ਾਨਾ ਖਾਲੀ ਹੈ। ਖਜ਼ਾਨਾ ਤਾਂ ਰੋਜ਼ ਦਾ ਰੋਜ਼ ਭਰਦਾ। ਅਸੀਂ ਉੱਥੋਂ ਮਾਚਿਸ ਖਰੀਦੀਏ ਤੇ ਉਹਦੇ ਉੱਤੇ ਟੈਕਸ ਤੁਹਾਡੇ ਖਜ਼ਾਨੇ 'ਚ ਜਾਂਦਾ ਹੈ। ਅਸੀਂ ਖੰਡ ਖਰੀਦੀਏ, ਕੱਪੜਾ ਖਰੀਦੀਏ, ਤੇਲ ਖਰੀਦੀਏ, ਉੱਤੇ ਟੈਕਸ ਉੱਥੇ ਜਾਂਦਾ ਹੈ। ਅਸੀਂ ਬਿਜਲੀ ਵਰਤੀ ਉਹਦਾ ਟੈਕਸ ਤੁਹਾਡੇ ਕੋਲ ਜਾਂਦਾ ਹੈ। ਅਸੀਂ ਬੱਸ ਤੇ ਚੜ੍ਹੀਏ ਉਹਦਾ ਟੈਕਸ ਤੁਹਾਡੇ ਕੋਲ ਜਾਂਦਾ ਹੈ। ਅਸੀਂ ਹਸਪਤਾਲ ਜਾ ਕੇ ਦਵਾਈ ਲਈਏ ਉਹਦਾ ਟੈਕਸ ਤੁਹਾਡੇ ਕੋਲ ਜਾਂਦਾ ਹੈ। ਆ ਟੋਲ ਪਲਾਜ਼ੇ ਚੱਲਦੇ ਇਹਨਾਂ ਦਾ ਪੈਸਾ ਤੁਹਾਡੇ ਕੋਲ ਜਾਂਦਾ। ਇਹ ਪੈਸਾ ਰੋਜ਼ ਦਾ ਰੋਜ਼ ਤੁਹਾਡੇ ਖਜ਼ਾਨੇ 'ਚ ਜਾਂਦਾ। ਜੇ ਤੁਹਾਡੇ ਗਾਗਰ ਦੇ ਵਿੱਚ ਹੇਠਾਂ ਮੋਰੀ ਹੋਵੇ, ਉੱਪਰੋਂ ਤੁਸੀਂ ਪਾਣੀ ਪਾਈ ਜਾਓ ਤੇ ਥੱਲੇ ਵਗੀ ਜਾਵੇ, ਫਿਰ ਇਹ ਪੈਸਾ ਨਹੀਂ ਖਲੋਣਾ। ਤੁਹਾਨੂੰ ਜਾ ਕੇ ਪਹਿਲਾਂ ਖਜ਼ਾਨੇ ਦੀ ਗਾਗਰ, ਉਹਦੇ ਵਿੱਚ ਜਿਹੜੀਆਂ ਮੋਰੀਆਂ ਨੇ, ਗਾਗਰ ਦਾ ਥੱਲਾ ਨਹੀਂ ਰਹਿ ਗਿਆ, ਛਾਨਣੀ ਬਣਾਈ ਪਈ ਆ, ਉਹ ਮੋਰੀਆਂ ਬੰਦ ਕਰਨੀਆਂ ਪੈਣੀਆਂ, ਮਗੋਰੇ ਬੰਦ ਕਰਨੇ ਪੈਣੇ ਆ। ਤੁਹਾਨੂੰ ਆਪਣੀ ਅਫਸਰਸ਼ਾਹੀ ਦੇ ਵਿੱਚੋਂ ਉਹ ਅਫਸਰ ਜਿਹੜੇ ਪਿਛਲੇ ਸਮੇਂ 'ਚ ਬਾਦਲਾਂ ਦੇ ਵਿੱਚ ਚਹੇਤੇ ਸਨ ਤੇ ਅਮਰਿੰਦਰ ਸਿੰਘ ਦੇ ਵਿੱਚ ਚਹੇਤੇ ਸਨ, ਪਹਿਲਾਂ ਬਾਦਲਾਂ ਦੇ ਵਕਤ ਬਿਜਲੀ ਕੰਪਨੀਆਂ ਨਾਲ ਸਮਝੌਤੇ ਕਰਾ ਕੇ ਉਹਦੇ ਵਿੱਚੋਂ ਕਰੋੜਾਂ ਦੀ ਕਮਾਈ ਕਮਿਸ਼ਨ ਦੇ ਰੂਪ 'ਚ ਕਰ ਗਏ ਸਨ, ਤੇ ਫਿਰ ਉਹਨਾਂ ਸਮਝੌਤਿਆਂ ਨੂੰ ਅਮਰਿੰਦਰ ਸਿੰਘ ਦੇ ਰਾਜ 'ਚ ਚੱਲਦਾ ਰਖਵਾ ਕੇ ਫਿਰ ਕਮਾਈ ਕਰ ਗਏ ਸਨ। ਕੁਝ ਇਹੋ ਜਿਹੇ ਸਨ ਜਿਹੜੇ ਸਾਰੀ ਉਮਰ ਬੜੇ ਇਮਾਨਦਾਰ ਗਿਣੇ ਗਏ ਸਨ, ਪਰ ਜਦੋਂ ਰਿਟਾਇਰਮੈਂਟ ਦੇ ਲਾਗੇ ਜਾ ਕੇ ਉਹਨਾਂ ਵੇਖਿਆ ਕਿ ਹੁਣ ਪੈਸਿਆਂ ਦੀ ਲੋੜ ਹੈ ਤੇ ਉਸ ਕਮਾਈ ਸਾਰੀ ਨੂੰ ਸੇਲ ਤੇ ਲਾ ਕੇ ਮੋਟੀਆਂ ਕਮਾਈਆਂ ਕਰ ਗਏ ਸਨ। ਉਹਨਾਂ ਸਾਰਿਆਂ ਦਾ ਵੀ ਕੋਈ ਬਾਹਰ ਨੂੰ ਤੁਹਾਨੂੰ ਬੰਨ੍ਹਣਾ ਪੈਣਾ। ਔਰ ਸਭ ਤੋਂ ਵੱਡੀ ਗੱਲ ਇਹ ਕਿ ਇਹ ਤਰਤੀਬ ਦੇ ਕੇ ਜਿਹੜੇ ਲੋਕ ਦੱਬੇ ਕੁਚਲੇ ਆ, ਉਹਨਾਂ ਦੀ ਮਦਦ ਤੁਹਾਨੂੰ ਕਰਨੀ ਪੈਣੀ ਆ। ਤੁਸੀਂ ਵਾਅਦੇ ਬਹੁਤ ਕਰ ਲਏ, ਘਰਾਂ 'ਚ ਬੈਠੀਆਂ ਸਵਾਣੀਆਂ ਨੂੰ ਇੰਨੇ ਪੈਸੇ ਦਿਆ ਕਰਾਂਗੇ, ਅਸੀਂ ਵਿਦਿਆਰਥੀਆਂ ਵਾਸਤੇ ਆਹ ਕਰਾਂਗੇ, ਅਸੀਂ ਕਿਸਾਨਾਂ ਵਾਸਤੇ ਆਹ ਕਰਾਂਗੇ, ਅਸੀਂ ਮਜ਼ਦੂਰਾਂ ਵਾਸਤੇ ਆਹ ਕਰਾਂਗੇ। ਇਹ ਸਾਰਾ ਕੁਝ ਜੋ ਤੁਸੀਂ ਵਾਅਦੇ ਕੀਤੇ ਆ, ਪਿਛਲੀਆਂ ਸਰਕਾਰਾਂ ਵਾਅਦੇ ਕਰਦੀਆਂ ਸੀ, ਭੁਲਾ ਦਿੰਦੀਆਂ ਸੀ, ਫਿਰ ਉਸ ਤੋਂ ਬਾਅਦ ਨਤੀਜਾ ਕੀ ਨਿਕਲਿਆ? ਲੋਕੀ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੀ ਗੱਦੀ ਇਸ ਕਰਕੇ ਨਹੀਂ ਹੰਢ ਸਕੀ ਕਿ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾਧੀ ਤੇ ਭੁਲਾਤੀ ਸੀ। ਲੋਕੀ ਇਹ ਗੱਲਾਂ ਕਰਦੇ ਨੇ ਕਿ ਜਿਨ੍ਹਾਂ ਦਰਬਾਰ ਸਾਹਿਬ 'ਚ ਜਾ ਕੇ ਆਖਿਆ ਸੀ, ਜਿਨ੍ਹਾਂ ਗੁਰੂ ਘਰ ਦੀ ਬੇਅਦਬੀ ਕਰਾਈ, ਉਹਨਾਂ ਦਾ ਕੱਖ ਨਾ ਰਹੇ। ਉਹਨਾਂ ਨੂੰ ਪੁੱਛੋ ਕੀ ਬਣਿਆ। ਅੱਜ ਤੁਸੀਂ ਸਹੁੰ ਖਾ ਕੇ ਲੋਕਾਂ ਕੋਲ ਆਏ ਹੋ, ਤੁਸੀਂ ਰਾਜ ਚਲਾਉਣਾ, ਤੁਸੀਂ ਮੁੜ ਕੇ ਫਿਰ ਲੋਕਾਂ ਕੋਲ ਆਉਣਾ। ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ, ਐਸ ਜਿੱਤ, ਬਹੁਤ ਵੱਡੀ ਜਿੱਤ, ਧਰਤੀ ਹਿਲਾਉਣ ਦੇਣ ਵਾਲੀ ਜਿੱਤ, ਇਹ ਜਿੱਤ ਤੋਂ ਚੰਬਲ ਨਾ ਜਾਇਓ। ਇਹਦੇ ਨਾਲ ਤੁਹਾਡੀ ਜ਼ਿੰਮੇਵਾਰੀ ਵੱਧ ਗਈ ਆ। ਜਿੰਨੀ ਵੱਡੀ ਜਿੱਤ ਹੋਵੇ ਉਨੀ ਵੱਡੀ ਜਿੱਤ ਹੁੰਦੀ ਆ। ਉਹ ਜਿੱਤ ਦੇ ਵਾਸਤੇ ਮੈਂ ਤੁਹਾਨੂੰ, ਸਾਡੇ ਵੱਲੋਂ ਸ਼ੁਭ ਕਾਮਨਾਵਾਂ ਵੀ ਨੇ। ਜਿਹੜੀ ਵੀ ਨਵੀਂ ਸਰਕਾਰ ਆਵੇ, ਅਸੀਂ ਚਾਹੁੰਦੇ ਹੁੰਦੇ ਕੰਮ ਕਰੇ, ਤੁਸੀਂ ਕੰਮ ਕਰੋ, ਪਰ ਨਾਲ ਮੈਂ ਇਹ ਆਖੂੰਗਾ ਕਿ ਚੰਬਲ ਨਾ ਜਾਇਓ। ਤੁਹਾਡੇ ਕੁਝ ਬੰਦੇ ਕੱਲ੍ਹ ਪਰਸੋਂ ਦੇ ਅਗੇਤੇ ਹੀ ਚੰਬਲੇ ਪਏ ਨੇ। ਕੁਝ ਜਸ਼ਨ ਮਨਾਉਣ ਦੇ ਨਾਂ 'ਤੇ ਆਂਢ ਗੁਆਂਢ ਦੇ ਕੋਲ ਫਕਾਰੇ ਵੀ ਛੱਡਦੇ ਨੇ। ਇਹ ਫਕਾਰੇ ਛੱਡਣ ਵਾਲਿਆਂ ਦੇ ਬਾਰੇ 'ਚ ਚੇਤਾ ਰੱਖ ਲਿਓ। ਇਹ ਤੁਹਾਡੇ ਕੋਲ ਅੱਧੀ ਰਾਤ ਆਉਣਗੇ, ਆਖਣਗੇ ਫਲਾਣੇ ਨੂੰ ਕੁੱਟਾ ਹੈ, ਮਦਦ ਕਰੋ। ਤੁਸੀਂ ਕਹੋਗੇ ਕਿਉਂ ਕੁੱਟਿਆ? ਉਹ ਗਾਲਾਂ ਕੱਢਦਾ ਸੀ। ਤੁਸੀਂ ਕਹੋਗੇ ਜਰ ਲੈਂਦਾ, ਸਵੇਰੇ ਗੱਲ ਕਰ ਲੈਂਦੇ। ਫਿਰ ਉਹ ਆਖੂਗਾ ਮੈਂ ਆਪਣੀ ਤੇ ਜਰ ਲਈ ਸੀ। ਜਦੋਂ ਉਹਨਾਂ ਤੁਹਾਡਾ ਨਾਂ ਲੈ ਕੇ ਗਾਲ ਕੱਢੀ ਨਾ ਕਿ ਵੇਖ ਲਾਂਗੇ ਤੇਰੇ ਮੁੱਖ ਮੰਤਰੀ ਨੂੰ, ਫਿਰ ਸਾਥੋਂ ਜਰਿਆ ਨਹੀਂ ਗਿਆ। ਇਹ ਮਤਲਬ ਅਸਲ 'ਚ ਇਹ ਹੁੰਦਾ ਕਿ ਮੈਂ ਤੁਹਾਡੀ ਖਾਤਰ ਲੜਾਈ ਲੜ ਕੇ ਆਇਆ। ਇਹੋ ਜਿਹੇ ਤੁਹਾਨੂੰ ਚੁੱਕਣਾ ਦੇਣ ਵਾਲੇ ਵੀ ਮਿਲਣੇ ਆ। ਇੱਥੇ ਸਰਕਾਰੀ ਗਲਿਆਰਿਆਂ 'ਚ ਦਲਾਲ ਬਹੁਤ ਫਿਰਦੇ ਆ, ਜਿਹੜੇ ਪੰਜੀ ਦੁੱਕੀ ਹਰ ਪਾਸੇ ਕਰਨੀ ਜਾਣਦੇ ਆ, ਉਹ ਵੀ ਤੁਹਾਡੇ ਨਾਲ ਬਹਿਣੇ ਆ। ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਤੁਹਾਨੂੰ ਰੱਖਣਾ ਪੈਣਾ। ਮੈਨੂੰ ਮੁਆਫ ਕਰਨਾ, ਮੈਂ ਗੱਲ ਸ਼ੁਰੂ ਕੀਤੀ ਸੀ, ਵਾਹਵਾ ਜ਼ਿਆਦਾ ਲੰਮੀ ਲੈ ਗਿਆ। ਮੈਂ ਇੱਕ ਵਾਰੀ ਫਿਰ ਕਹੂੰਗਾ, ਜਿਹੜੇ ਪਰਿਵਾਰਵਾਦ ਦੇ ਖਿਲਾਫ ਉੱਠੇ ਤੇ ਆਪਣੇ ਪਰਿਵਾਰ ਨੂੰ ਸਾਰੇ ਪੰਜਾਬ 'ਚ ਵਸਾਉਣ ਤੁਰ ਪਏ, ਜੋ ਉਹਨਾਂ ਦਾ ਹਾਲ ਹੋਇਆ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਰੋਕਣ ਦੀ ਸਹੁੰ ਖਾਧੀ ਬਠਿੰਡੇ 'ਚ ਤੇ ਫਿਰ ਬਾਅਦ ਵਿੱਚ ਉਸੇ ਰਾਹ ਤੁਰ ਗਏ, ਜਿਨ੍ਹਾਂ ਆਖਿਆ ਡਰੱਗ ਚਲਦੀ ਰੋਕਾਂਗੇ ਪਰ ਬਾਅਦ ਵਿੱਚ ਡਰੱਗ ਵਾਲਿਆਂ ਨਾਲ ਸਮਝੌਤੇ ਕਰ ਲਏ, ਜਿਨ੍ਹਾਂ ਆਖਿਆ ਮਾਈਨਿੰਗ ਹੁੰਦੀ ਰੋਕਾਂਗੇ, ਮਾਈਨਿੰਗ ਵਾਲਿਆਂ ਨਾਲ ਹਿੱਸੇ ਰੱਖ ਲਏ, ਉਹਨਾਂ ਸਾਰਿਆਂ ਦਾ ਜੋ ਹਸ਼ਰ ਹੋਇਆ, ਮੈਂ ਤੁਹਾਨੂੰ ਆਖੂੰਗਾ ਉਹਦੇ ਤੋਂ ਸੰਭਲ ਕੇ ਚੱਲਿਓ।